बीजेपी पंजाब के प्रधान के उत्ते हमला होया। अश्विनी शर्मा की कार के उत्ते हमला किया गया। गड्डी की बुरी तरह भंन तोड़ की गई है। वड्डी खबर इस समय की बीजेपी पंजाब अश्विनी शर्मा बीजेपी पंजाब के प्रधान अश्विनी शर्मा उन्होंने उत्ते हमला होया। हुशियारपुर दे विच बीजेपी पंजाब के प्रधान के उत्ते ते कार के उत्ते हमला किया गया। उन्होंने गड्डी भी नुकसानी गई है। गड्डी दे विच भंन तोड़ की गई है। बहुत बुरे तरीके नाल दस्सिया जा रहा है कि बहुत ज्यादा भंन तोड़ की गई है। ਅਸੀਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਮੇਂ ਹੋਰ ਕੀ ਕੁਝ ਅਪਡੇਟ ਹੈ। ਹੁਸ਼ਿਆਰਪੁਰ ਤੋਂ ਵੱਡੀ ਖਬਰ ਹੈ। ਹੁਸ਼ਿਆਰਪੁਰ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਬੀਜੇਪੀ ਆਗੂਆਂ ਨੂੰ ਕਰਨਾ ਪਿਆ ਸੀ, ਪਰ ਇੱਥੇ ਸਵਾਲ ਤਾਂ ਇਹੀ ਹੈ ਕਿ ਇਹ ਕਿਸਾਨਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਆ ਕੌਣ ਲੋਕ ਨੇ ਜਿਨ੍ਹਾਂ ਦੇ ਵੱਲੋਂ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ਦੇ ਉੱਤੇ ਹਮਲਾ ਕੀਤਾ ਗਿਆ ਹੈ। ਉਹਨਾਂ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੂੰ ਨਿਸ਼ਾਨਾ ਲਾਜ਼ਮੀ ਤੌਰ ਤੇ ਬਣਾਇਆ ਜਾ ਰਿਹਾ ਸੀ, ਪਰ ਗੱਡੀ ਦੇ ਵਿੱਚ ਬੁਰੀ ਤਰੀਕੇ ਨਾਲ ਭੰਨ ਤੋੜ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਪੂਰਾ ਘਟਨਾਕ੍ਰਮ ਵਾਪਰਿਆ ਹੈ। ਅਸੀਂ ਕੋਸ਼ਿਸ਼ ਕਰਾਂਗੇ ਹੋਰ ਅਪਡੇਟ ਲੈ ਸਕੀਏ। ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ। ਦੀਪਕ ਬਹਿਲ ਮੇਰੇ ਸਹਿਯੋਗੀ ਇਸ ਸਮੇਂ ਹੁਸ਼ਿਆਰਪੁਰ ਤੋਂ ਫੋਨ ਲਾਈਨ ਤੇ ਸਾਡੇ ਨਾਲ ਨੇ। ਦੀਪਕ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਅਸ਼ਵਨੀ ਸ਼ਰਮਾ ਤੇ ਹਮਲਾ ਹੋਇਆ? ਸਭ ਤੋਂ ਵੱਡੀ ਖਬਰ ਦੇਣ ਜਾ ਰਹੇ ਹਾਂ ਕਿ ਟਾਂਡਾ ਚਲਾਂਗ ਟੋਲ ਪਲਾਜ਼ਾ ਜਿਹੜਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਹੈ, ਉੱਥੋਂ ਅਸ਼ਵਨੀ ਸ਼ਰਮਾ ਜਲੰਧਰ ਤੋਂ ਆਪਣੇ ਪਠਾਨਕੋਟ ਲਈ ਹੁਣ ਤੋਂ ਕੁਝ ਸਮਾਂ ਪਹਿਲਾਂ ਗੁਜ਼ਰ ਰਹੇ ਸੀ ਕਿ ਰਸਤੇ ਦੇ ਵਿੱਚ ਚਲਾਂਗ ਟੋਲ ਪਲਾਜ਼ਾ ਦੇ ਕੋਲੋਂ ਜਦੋਂ ਗੁਜ਼ਰੇ, ਉੱਥੇ ਕਿਸਾਨ ਸੰਘਰਸ਼ ਕਮੇਟੀ ਜਿਹੜੀ ਹੈ, ਉੱਥੇ ਦੁਆਬਾ ਕਿਸਾਨ ਕਮੇਟੀ ਵੱਲੋਂ ਉੱਥੇ ਪਹਿਲਾਂ ਹੀ ਪਿਛਲੇ 5 ਤੋਂ 7 ਦਿਨ ਤੋਂ ਉੱਥੇ ਜਿਹੜਾ ਟੋਲ ਪਲਾਜ਼ੇ ਨੂੰ ਘੇਰਿਆ ਹੋਇਆ ਸੀ। ਉਸ ਵੇਲੇ ਜਦੋਂ ਟੋਲ ਪਲਾਜ਼ੇ ਨੂੰ ਘੇਰਿਆ ਹੋਇਆ ਸੀ, ਜਦੋਂ ਉੱਥੋਂ ਅਸ਼ਵਨੀ ਸ਼ਰਮਾ ਗੁਜ਼ਰਨ ਲੱਗੇ, ਪੁਲਿਸ ਦਾ ਪਾਇਲਟ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਤੇ ਉੱਥੇ ਦੇ ਕਾਰਕੁਨਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਜਦੋਂ ਹਮਲਾ ਕਰ ਦਿੱਤਾ ਗਿਆ ਤੇ ਪੁਲਿਸ ਭਾਵੇਂ ਮੌਕੇ ਤੇ ਮੌਜੂਦ ਸੀ, ਪਰ ਆਨਨ ਫਾਨਨ ਦੇ ਵਿੱਚ ਕਿਸਾਨਾਂ ਦੀ ਗਿਣਤੀ ਵਧਣ ਕਰਕੇ ਤੇ ਅਸ਼ਵਨੀ ਸ਼ਰਮਾ ਦੇ ਜਿਹੜੇ ਸਿਕਿਉਰਿਟੀ ਦੇ ਵਿੱਚ ਮੌਜੂਦ ਸੀ ਉਹਨਾਂ ਦੀ ਗਿਣਤੀ ਘੱਟ ਹੋਣ ਕਰਕੇ ਉਹਨਾਂ ਤੇ ਹਮਲਾ ਹੋਇਆ। ਅਸ਼ਵਨੀ ਸ਼ਰਮਾ ਦੇ ਨਾਲ ਹੁਣੇ ਗੱਲ ਕਰ ਰਹੇ ਆ। ਅਸ਼ਵਨੀ ਸ਼ਰਮਾ ਇਸ ਵੇਲੇ ਦਸੂਹਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੇਰੇ ਤੇ ਕਿਸਾਨਾਂ ਨੇ ਹਮਲਾ ਕੀਤਾ, ਬੇਸਬਾਲ ਡੰਡੇ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ, ਉਹਨਾਂ ਦੀ ਗੱਡੀ ਪੂਰੀ ਤਰ੍ਹਾਂ ਤੋੜ ਦਿੱਤੀ ਗਈ ਹੈ। ਇਸ ਵੇਲੇ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੈ। ਬੀਜੇਪੀ ਦੇ ਵਰਕਰਾਂ ਦਾ ਜਮਾਵੜਾ ਹੋਣਾ ਇਕੱਠਾ ਸ਼ੁਰੂ ਹੋ ਗਿਆ। ਦੂਸਰੇ ਪਾਸੇ ਕਿਸਾਨਾਂ ਦਾ ਜਮਾਵੜਾ ਇਕੱਠਾ ਹੋ ਗਿਆ। ਜਿਸ ਤਰ੍ਹਾਂ ਕਿ ਸਾਡੇ ਨਿਊਜ਼ 18 ਦੇ ਦਰਸ਼ਕ ਜਿਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਵਿਜ਼ੂਅਲ ਦਿਖਾ ਰਹੇ ਹਾਂ ਅਸ਼ਵਨੀ ਸ਼ਰਮਾ ਦੀ ਗੱਡੀ ਦੇ, ਕਿ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਚੁੱਕੀ ਹੈ ਔਰ ਅਸ਼ਵਨੀ ਸ਼ਰਮਾ ਨੂੰ ਇਸ ਵੇਲੇ ਦਸੂਹੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ। ਹੁਣ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਗੱਲ ਬੀਜੇਪੀ ਵਰਕਰਾਂ ਦੇ ਵਿੱਚ ਜਾ ਰਹੀ ਹੈ ਕਿ ਉਹਨਾਂ ਦੇ ਪ੍ਰਧਾਨ ਦੇ ਉੱਤੇ ਹਮਲਾ ਹੋਇਆ, ਉਹਨਾਂ ਦਾ ਜਮਾਵੜਾ ਵੀ ਲਗਾਤਾਰ ਹੋਣਾ ਸ਼ੁਰੂ ਹੋ ਗਿਆ। ਕੀ ਕਰੋ? ਠੀਕ ਹੈ, ਜਮਾਵੜਾ ਲੱਗਣਾ ਸ਼ੁਰੂ ਹੋ ਗਿਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ। ਇਸ ਵਿਚਾਲੇ ਅਪੀਲ ਅਸੀਂ ਬੀਜੇਪੀ ਵਰਕਰ ਹੋਣ ਜਾਂ ਫਿਰ ਦੂਜੇ ਪਾਸੇ ਕਿਸਾਨ ਹੋਣ ਜ਼ਰੂਰ ਕਰਾਂਗੇ ਕਿ ਸ਼ਾਂਤੀ ਬਣਾਏ ਰੱਖਣ, ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਨਾ, ਕਿਸੇ ਦਾ ਵਿਰੋਧ ਕਰਨਾ ਲੋਕਤੰਤਰ ਦੇ ਵਿੱਚ ਤੁਹਾਡਾ ਹੱਕ ਹੈ, ਪਰ ਉਸ ਵੇਲੇ ਤੱਕ ਹੀ ਜਦੋਂ ਤੱਕ ਇਹ ਹਿੰਸਕ ਨਾ ਹੋ ਜਾਏ। ਹਿੰਸਕ ਪ੍ਰਦਰਸ਼ਨ ਦੀ ਤਾਂ ਕਿਸੇ ਵੀ ਸੂਰਤ ਦੇ ਵਿੱਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਟਾਂਡਾ ਦੇ ਥਾਣੇ ਦੇ ਵਿੱਚ ਅਸ਼ਵਨੀ ਸ਼ਰਮਾ ਮੌਜੂਦ ਨੇ। ਮੇਰੇ ਸਹਿਯੋਗੀ ਦੀਪਕ ਬਹਿਲ ਸਾਡੇ ਨਾਲ ਨੇ। ਦੀਪਕ, ਅਸ਼ਵਨੀ ਸ਼ਰਮਾ ਦੇ ਤਾਂ ਕੋਈ ਸੱਟ ਨਹੀਂ ਲੱਗੀ, ਉਹਨਾਂ ਦਾ ਬਚਾਅ ਰਿਹਾ? ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਖੜਾ, ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦਾ ਹੈ। ਮੈਨੂੰ ਲੱਗਦਾ ਕਿ ਸੁਭਾਵਿਕ ਕਿਉਂ ਨਹੀਂ ਹੈ। ਉਹਨਾਂ ਨੇ ਉਹ ਟੋਲ ਪਲਾਜ਼ਾ ਤੇ ਬੈਠੇ ਹੋਏ ਲੋਕਾਂ ਦਾ ਆਪਸ 'ਚ ਗੱਡੀ ਦੇ ਆਪਸ ਟੈਲੀਫੋਨਿਕਲੀ ਕੋਈ ਸੰਪਰਕ ਹੋਇਆ। ਨਹੀਂ ਤਾਂ ਕਿਸੇ ਨੂੰ ਪਤਾ ਲੱਗਾ ਕਿ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਜਿੰਨੀ ਦੇਰ ਤੇ ਧਰਨੇ ਤੇ ਬੈਠੇ ਹੋਏ ਹੋਵੇ ਤੇ ਆਖਦੇ ਨਿਕਲ ਜਾਂਦੀ। ਲੇਕਿਨ ਉਹ ਮੇਰੀ ਗੱਡੀ ਦੇ ਬਿਲਕੁਲ ਸਾਹਮਣੇ ਟੋਲ ਪਲਾਜ਼ਾ ਦੇ ਉਸ ਰੋਡ 'ਚ ਆਏ ਜਿੱਥੋਂ VIP ਨਿਕਲਦਾ, ਉੱਥੇ ਉਹ ਸਾਹਮਣੇ ਖੜੇ ਸੀ ਔਰ ਆਂਦੇ ਹੀ ਉਹਨਾਂ ਨੇ ਤਾਬ ਨਹੀਂ ਦੇਖਿਆ, ਮੁਰਦਾਬਾਦ ਨਹੀਂ ਜਿੰਦਾਬਾਦ ਤੇ ਲੋਕਤੰਤਰ 'ਚ ਅਧਿਕਾਰ ਹੈ। ਪਰ ਮੈਨੂੰ ਐਸਾ ਲੱਗਦਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ, ਉਹਨਾਂ ਦੇ ਅੰਦੋਲਨ ਨੂੰ ਤਾਰ-ਪੀਟੋ ਕਰਨ ਲਈ ਕੀਤਾ ਗਿਆ ਔਰ ਬੇਸਬਾਲ ਬੈਟ ਸੀ, ਪੱਥਰ ਗੱਡੀ ਦੇ ਉੱਤੇ ਉਹਨਾਂ ਨੇ ਮਾਰਨਾ ਸ਼ੁਰੂ ਕੀਤੇ। ਮੇਰੇ ਸ਼ੀਸ਼ੇ ਜੁੜੇ ਟੁੱਟੇ ਨੇ, ਪਰ ਮੇਰੇ ਗਨਮੈਨਾਂ ਦੀ ਬੜੀ ਬਹਾਦਰੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਗੱਡੀ ਕੱਢੀ ਹੈ, ਉਸ ਤੋਂ ਬਾਅਦ ਉਹ ਆਪੇ ਉੱਥੋਂ ਨਿਕਲ ਕੇ ਆਏ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਖੜਾ, ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦਾ ਮੈਂ, ਮਗਰ ਲੱਗਦਾ ਕਿ ਸੁਭਾਵਿਕ ਕਿਉਂ ਨਹੀਂ ਹੈ। ਉਹਨਾਂ ਨੇ ਉਹ ਟੋਲ ਕਿ ਕਿਸਾਨ ਸੀ, ਉਹਨਾਂ ਦੀ ਜਥੇਬੰਦੀਆਂ ਦੇ ਆਗੂ ਸਨ ਤੇ ਲਾਜ਼ਮੀ ਤੌਰ ਤੇ ਸ਼ਰਾਰਤੀ ਅੰਸਰ ਹੁੰਦੇ ਨੇ ਜੇ ਹਰ ਇੱਕ ਭੀੜ ਦੇ ਵਿੱਚ, ਤਾਂ ਉਹਨਾਂ ਤੋਂ ਬਚਣ ਦੀ ਜ਼ਰੂਰਤ ਤਾਂ ਹੈਗੀ ਹੈ।
ਪਰ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਨਾਲ ਕੀ ਕੁਝ ਅਸ਼ਵਨੀ ਸ਼ਰਮਾ ਦੇ ਵੱਲੋਂ ਕਿਹਾ ਗਿਆ ਉਹ ਵੀ ਸੁਣਾ ਰਹੇ ਹਾਂ। ਅਸ਼ਵਨੀ ਸ਼ਰਮਾ ਦੀ ਕਾਰ ਦੇ ਉੱਤੇ ਹਮਲਾ ਕੀਤਾ ਗਿਆ ਹੈ, ਕਿਸਾਨਾਂ ਦੇ ਉੱਤੇ ਇਲਜ਼ਾਮ ਵੀ ਉਹਨਾਂ ਨੇ ਲਗਾ ਦਿੱਤੇ, ਕਿਹਾ ਕਿ ਉੱਥੇ ਲੋਕ ਪਹਿਲਾਂ ਹੀ ਤਿਆਰ ਖੜੇ ਸਨ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ। ਤੇ ਇਸ ਸਮੇਂ ਦੀ ਸਥਿਤੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੁਸ਼ਿਆਰਪੁਰ ਦੇ ਵਿੱਚ ਮੌਜੂਦਾ ਸਮੇਂ ਦੀ ਸਥਿਤੀ ਕੀ ਹੈ। ਗੱਡੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤੋੜਪਨ ਕੀਤੀ ਗਈ ਹੈ, ਸ਼ੀਸ਼ੇ ਭੰਨੇ ਹੋਏ ਤੁਹਾਨੂੰ ਤਸਵੀਰਾਂ 'ਚ ਨਜ਼ਰ ਆ ਰਹੇ ਹੋਣਗੇ ਕਿ ਕਿਸ ਤਰੀਕੇ ਨਾਲ ਤੋੜਪਨ ਕੀਤੀ ਗਈ ਹੈ ਇਸ ਗੱਡੀ ਦੇ ਵਿੱਚ। ਇਸ ਗੱਡੀ ਦੇ ਵਿੱਚ ਹੀ ਸਵਾਰ ਸੀ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ। ਹਾਲਾਂਕਿ ਉਹ ਬਿਲਕੁਲ ਸਹੀ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਈ ਹੈ ਤੇ ਉਹਨਾਂ ਦਾ ਬਿਆਨ ਵੀ ਅਸੀਂ ਤੁਹਾਨੂੰ ਸੁਣਵਾਇਆ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਬੀਜੇਪੀ ਦੇ ਜਿਹੜੇ ਵਰਕਰ ਨੇ ਉਹ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਉੱਥੇ, ਤੇ ਦੂਜੇ ਪਾਸੇ ਕਿਸਾਨ ਜਿਹੜੇ ਜਥੇਬੰਦੀਆਂ ਦੇ ਲੋਕ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ। ਅਸੀਂ ਅਪੀਲ ਲਗਾਤਾਰ ਇਹੀ ਕਰ ਰਹੇ ਹਾਂ ਕਿ ਕੋਸ਼ਿਸ਼ ਇਹੀ ਕਰੋ ਕਿ ਜ਼ਰੂਰ ਅਸੀਂ ਸ਼ਾਂਤੀ ਬਣਾ ਕੇ ਰੱਖੀਏ। ਵਿਰੋਧ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ, ਲੋਕਤੰਤਰ ਦੇ ਵਿੱਚ ਵਿਰੋਧ ਕਰਨਾ ਹੱਕ ਹੈ, ਜਾਇਜ਼ ਹੈ, ਪਰ ਹਿੰਸਕ ਨਹੀਂ ਹੋਣਾ ਚਾਹੀਦਾ। ਜੇਕਰ ਗੱਡੀ ਭੰਨੀ ਗਈ ਹੈ, ਗੱਡੀ ਦੇ ਵਿੱਚ ਤੋੜਪਨ ਕੀਤੀ ਗਈ ਹੈ ਤਾਂ ਉਹ ਕਿਸੇ ਵੀ ਐਂਗਲ ਤੋਂ ਜਾਇਜ਼ ਤਾਂ ਨਹੀਂ ਕਿਹਾ ਜਾ ਸਕਦਾ। ਮੈਂ ਇੱਕ ਵਾਰ ਫਿਰ ਤੋਂ ਦੀਪਕ ਦਾ ਰੁਖ ਕਰਦਾ। ਦੀਪਕ, ਇਸ ਸਮੇਂ ਮੈਂ ਸਥਿਤੀ ਨੂੰ ਸਮਝਣਾ ਚਾਹਾਂਗਾ ਕਿ ਉੱਥੇ ਪੋਜੀਸ਼ਨ ਕੀ ਹੈ, ਕਿ ਪੁਲਿਸ ਉੱਥੇ ਪਹੁੰਚੀ ਹੋਈ ਹੈ, ਇਹ ਕਿਹੜੀ ਥਾਂ ਦੇ ਉੱਤੇ ਗੱਡੀ ਰੋਕੀ ਗਈ, ਭੰਨੀ ਗਈ, ਉੱਥੇ ਅਸ਼ਵਨੀ ਸ਼ਰਮਾ ਪਹੁੰਚੇ ਹੋਏ ਸਨ ਕਿ ਕੋਈ ਸਮਾਗਮ 'ਚ ਹਿੱਸਾ ਲੈ ਲਿਆ ਸੀ ਜਾਂ ਹਜੇ ਸਮਾਗਮ ਹੋਣਾ ਸੀ, ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ? ਜੀ ਗੌਰਵ, ਮੈਂ ਸਭ ਤੋਂ ਪਹਿਲਾਂ ਇੱਥੇ ਨਿਊਜ਼ 18 ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲੀ ਐਕਸਕਲੂਸਿਵ ਜਾਣਕਾਰੀ ਦੇਣਾ ਚਾਹਾਂਗਾ ਕਿ ਅਸ਼ਵਨੀ ਸ਼ਰਮਾ ਜੋ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ, ਇਹ ਜਲੰਧਰ ਤੋਂ ਆਪਣੇ ਹਲਕੇ ਪਠਾਨਕੋਟ ਵੱਲ ਨੂੰ ਜਾ ਰਹੇ ਸਨ ਕਿ ਟਾਂਡਾ ਦੇ ਨੇੜੇ ਜਿਹੜਾ ਚੁਲਾਂਗ ਟੋਲ ਪਲਾਜ਼ਾ, ਮੈਂ ਇੱਥੇ ਫੇਰ ਦੁਬਾਰਾ ਦੱਸਣਾ ਚਾਹਾਂਗਾ, ਚੁਲਾਂਗ ਟੋਲ ਪਲਾਜ਼ਾ ਜਿਹੜਾ ਪਿਛਲੇ 5 ਦਿਨ ਤੋਂ ਦੁਆਬਾ ਕਿਸਾਨ ਕਮੇਟੀ ਵੱਲੋਂ ਘੇਰ ਕੇ ਰੱਖਿਆ ਹੋਇਆ ਸੀ ਔਰ ਆਮ ਵਾਹਨਾਂ ਲਈ ਉਸ ਨੂੰ ਵੱਡੇ ਪੱਧਰ ਦੇ ਉੱਤੇ ਫ੍ਰੀ ਕੀਤਾ ਗਿਆ ਸੀ। ਅੱਜ ਉੱਥੋਂ ਜਦੋਂ ਅਸ਼ਵਨੀ ਸ਼ਰਮਾ ਗੁਜ਼ਰ ਰਹੇ ਸਨ, ਹੁਣ ਤੋਂ ਕੁਝ ਮਿੰਟ ਪਹਿਲਾਂ, ਤੇ ਅਸ਼ਵਨੀ ਸ਼ਰਮਾ ਦੀ ਕਾਰ ਜਿਉਂ ਹੀ ਉਸ ਟੋਲ ਪਲਾਜ਼ਾ ਤੋਂ ਗੁਜ਼ਰੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਦੁਆਬਾ ਕਿਸਾਨ ਕਮੇਟੀ ਅਤੇ ਹੋਰ ਜਿਹੜੇ ਕਿਸਾਨ, ਉਹ ਕਿਸਾਨਾਂ ਨੂੰ ਜਦੋਂ ਪਤਾ ਲੱਗਾ ਕਿ ਕੋਈ VIP ਪਾਇਲਟ, ਜਿਸ ਗੱਡੀ ਦੇ ਅੱਗੇ ਪਾਇਲਟ, ਕਿਉਂਕਿ ਅਸ਼ਵਨੀ ਸ਼ਰਮਾ ਦੀ ਗੱਡੀ ਦੇ ਅੱਗੇ ਪਾਇਲਟ ਸੀ, ਕਿ ਪਾਇਲਟ ਕੋਈ VIP ਇੱਥੋਂ ਗੁਜ਼ਰ ਰਿਹਾ ਹੈ, ਉਹਨਾਂ ਨੇ ਪਹਿਲਾਂ ਪਾਇਲਟ ਨੂੰ ਘੇਰਿਆ। ਪਾਇਲਟ ਨੂੰ ਘੇਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅੰਦਰ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ, ਤੇ ਉਹਨਾਂ ਨੇ ਅਚਾਨਕ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਹਮਲੇ ਤੋਂ ਬਾਅਦ ਗੱਡੀ ਤੋੜ ਦਿੱਤੀ ਗਈ। ਜਿਹੜੇ ਪਾਇਲਟ ਦੇ ਵਿੱਚ ਜਿਹੜੇ ਸੁਰੱਖਿਆ ਕਰਮਚਾਰੀ ਉਹਨਾਂ ਦੇ ਦਸਤੇ ਦੇ ਵਿੱਚ ਮੌਜੂਦ ਸਨ, ਔਰ ਖਾਸ ਤੌਰ ਤੇ ਜਿਹੜੇ ਧਰਨੇ 'ਚ ਬੈਠੇ ਪੁਲਿਸ ਕਰਮਚਾਰੀਆਂ ਨੇ, ਉਹਨਾਂ ਨੇ ਬੜੀ ਮੁਸ਼ੱਕਤ ਕਰਕੇ ਅਸ਼ਵਨੀ ਸ਼ਰਮਾ ਨੂੰ ਕੱਢਿਆ। ਅਸ਼ਵਨੀ ਸ਼ਰਮਾ ਨੂੰ ਕੱਢਣ ਤੋਂ ਬਾਅਦ ਉਹਨਾਂ ਨੂੰ ਟਾਂਡਾ ਤੋਂ 15 ਕਿਲੋਮੀਟਰ ਦੂਰ ਇਸ ਵੇਲੇ ਅਸ਼ਵਨੀ ਸ਼ਰਮਾ ਦਸੂਹਾ ਦੇ ਵਿੱਚ ਹਨ ਤੇ ਦਸੂਹਾ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਉਹਨਾਂ ਦੇ ਬਿਆਨ ਜਿਹੜੇ ਆ ਉਹ ਖਾਸ ਤੌਰ ਤੇ ਕਲਮਬੰਦ ਕੀਤੇ ਜਾ ਰਹੇ ਆ। ਔਰ ਅਸ਼ਵਨੀ ਸ਼ਰਮਾ ਨੇ ਨਿਊਜ਼ 18 ਨਾਲ ਐਕਸਕਲੂਸਿਵ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਮੈਂ ਜਦੋਂ ਪਠਾਨਕੋਟ ਲਈ ਟੰਡਾ ਚੌਂਕ ਟੋਲ ਪਲਾਜ਼ਾ ਤੋਂ ਗੁਜ਼ਰ ਗਿਆ ਸੀ ਤੇ ਕਿਸਾਨਾਂ ਨੇ ਡੰਡੇ, ਲਾਠੀਆਂ ਅਤੇ ਹੋਰ ਲੈ ਕੇ ਜਿਹੜੇ, ਠੀਕ ਹੈ, ਮੈਂ ਦੀਪਕ ਤੁਹਾਡੇ ਕੋਲ ਵਾਪਸ ਆਵਾਂਗਾ, ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਦੀਪਕ ਸਾਨੂੰ ਬਿਲਕੁਲ ਗਰਾਊਂਡ ਜ਼ੀਰੋ ਤੋਂ ਇਸ ਸਮੇਂ ਇਨਫੋਰਮੇਸ਼ਨ ਦੇ ਰਹੇ ਨੇ ਕਿ ਆਖਿਰ ਸਥਿਤੀ ਇਸ ਸਮੇਂ ਉੱਥੇ ਕੀ ਹੈ। ਦਸੂਹਾ ਦੇ ਥਾਣੇ ਦੇ ਵਿੱਚ ਨੇ ਅਸ਼ਵਨੀ ਸ਼ਰਮਾ, ਉੱਥੇ ਉਹਨਾਂ ਦੇ ਜਿਹੜੇ ਬਿਆਨ ਨੇ ਕਲਮਬੰਦ ਕੀਤੇ ਜਾ ਰਹੇ ਨੇ। ਫੋਨ ਲਾਈਨ ਤੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਮਨੋਰੰਜਨ ਕਾਲੀਆ, ਸਾਬਕਾ ਕੈਬਨਿਟ ਮੰਤਰੀ ਨੇ, ਬੀਜੇਪੀ ਪੰਜਾਬ ਦੇ ਵੱਡੇ ਲੀਡਰ ਨੇ। ਕਾਲੀਆ ਸਾਹਿਬ, ਤੁਹਾਡਾ ਫਸਟ ਰਿਐਕਸ਼ਨ, ਤੁਹਾਡੇ ਪੰਜਾਬ ਪ੍ਰਧਾਨ ਦੇ ਉੱਤੇ ਹਮਲਾ ਹੋਇਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ ਹੈ। ਗੱਲ ਕਿ ਸ਼੍ਰੀ ਅਸ਼ਵਨੀ ਸ਼ਰਮਾ ਸਾਡੇ ਪ੍ਰਦੇਸ਼ ਅਧਿਕਸ਼, ਉਹਨਾਂ ਦੀ ਕਾਰ ਦੇ ਉੱਤੇ ਅਟੈਕ ਕੀਤਾ ਗਿਆ। ਇਹਦੀ ਸਿੱਧੀ ਜ਼ਿੰਮੇਵਾਰੀ ਜਿਹੜੀ ਹੈ ਕੈਪਟਨ ਸਰਕਾਰ ਉੱਤੇ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਕਿਉਂਕਿ ਇੱਥੇ ਵੀ ਜਿਹੜਾ ਸਾਡੀ ਅੱਜ ਮੀਟਿੰਗ ਸੀਗੀ ਸਵੇਰੇ, ਉਹਦੇ ਵਿੱਚ ਕਿਉਂਕਿ ਪੁਲਿਸ ਉੱਤੇ ਹੁੰਦੇ ਬਾਵਜੂਦ ਉਹ ਕੁਝ ਲੋਕ ਜਿਹੜੇ ਹੈਗੇ 15-20 ਉਹ ਉੱਥੇ ਆਪਣਾ ਧਰਨੇ ਤੇ ਬੈਠੇ ਰਹੇ, ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੀ, ਔਰ ਨਾ ਹੀ ਜਿਹੜੇਗਾ ਪੁਲਿਸ ਵੀ ਸਾਹਮਣੇ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ ਹੈਗੀ ਹੈ। ਸਵਾਲ ਇਹ ਹੈਗਾ ਕਿ ਉਹਨਾਂ ਨੂੰ ਪਹਿਲੀ ਗੱਲ ਤਾਂ ਉੱਥੇ ਆਣ ਕਿਉਂ ਦਿੱਤਾ ਗਿਆ, ਜੇ ਆਏ ਸੀ ਉਹਨਾਂ ਨੂੰ ਭੇਜਿਆ ਕਿਉਂ ਨਹੀਂ ਗਿਆ ਉੱਥੋਂ, ਠੀਕ ਹੈ ਨਾ। ਔਰ ਜਿੰਨੀ ਵੀ ਨਿਖੇਧੀ ਕੀਤੀ ਜਾਏ ਉਨੀ ਥੋੜੀ ਹੈ। ਔਰ ਹਾਲਤ ਇਹ ਹੈ ਕਿ ਕਿਉਂਕਿ ਇਹਦੇ ਵਿੱਚ ਕਾਂਗਰਸ ਦੇ ਹੀ ਜਿਹੜੇ ਗੁੰਡਾ ਅਨਸਰ ਹੈਗਾ, ਉਹ ਜਿਹੜਾ ਹੈਗਾ ਇਹ ਜਿਹੜਾ ਹੈਗਾ ਕਿ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ। ਕਾਲੀਆ ਜੀ, ਸਮਝਣਾ ਮੈਂ ਤੁਹਾਡੇ ਤੇ ਵੀ ਚਾਹੁੰਦਾ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਗੁੰਡਾ ਅਨਸਰ ਕਾਂਗਰਸ ਦੇ ਨੇ, ਮੈਂ ਉਸ ਗੱਲ ਤੇ ਆਵਾਂ, ਪਰ ਤੁਹਾਡੀ ਗੱਲ ਹੋਈ ਅਸ਼ਵਨੀ ਸ਼ਰਮਾ ਜੀ ਦੇ ਨਾਲ, ਇਸ ਸਮੇਂ ਉਹਨਾਂ ਦੀ ਕਿਵੇਂ ਤਬੀਅਤ ਹੈ, ਜਾਂ ਕਹੀਏ ਕਿ ਇਸ ਸਮੇਂ ਕੀ ਸਥਿਤੀ ਦੇ ਵਿੱਚ ਨੇ ਉਹ, ਤੁਹਾਡੀ ਗੱਲਬਾਤ ਹੋਈ ਉਹਨਾਂ ਦੇ ਨਾਲ? ਹਾਂ, ਮੇਰੀ ਗੱਲ ਹੋਈ ਜੀ। ਉਹਨਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ, ਜੇਕਰ ਉਹ ਵੀ ਦਰਸ਼ਕਾਂ ਨੂੰ ਸਾਡੇ ਦੱਸ ਸਕੋ ਤੁਸੀਂ? ਉਹਨਾਂ ਨੇ ਦੱਸਿਆ ਹੈਗਾ ਮੈਨੂੰ ਕਿ ਵੀ ਜਦੋਂ ਅਸੀਂ ਇੱਥੋਂ ਜਲੰਧਰੋਂ ਨਿਕਲੇ ਹੈ ਤੇ 2 ਕਾਰਾਂ ਪਿੱਛੇ ਲੱਗੀਆਂ ਹੋਈਆਂ ਸੀਗੀਆਂ ਜੀ,
ਅੱਛਾ, ਉਹ ਨੈਚੁਰਲ ਹੈ ਬੰਦਾ ਕਿ ਟ੍ਰੈਫਿਕ ਹੈਗਾ, ਕੋਈ ਸ਼ੱਕ ਥੋੜੀ ਹੁੰਦਾ। ਹੁਣ ਉੱਥੇ ਜਿਹੜਾ ਪਹਿਲਾਂ ਆਲਰੇਡੀ ਧਰਨਾ ਸੀਗਾ ਉੱਥੇ ਕੋਈ ਪੁਲਿਸ ਨਹੀਂ ਸੀਗੀ। ਅੱਛਾ, ਧਰਨਾ ਪਹਿਲਾਂ ਵੀ ਲੱਗਿਆ ਹੁੰਦਾ ਸੀ, ਉਹ ਆਉਣ ਜਾਣ ਦਿੰਦੇ ਸੀਗੇ। ਜੇ ਆਪਾਂ ਕਹੀਏ ਕਿ ਵੀ ਜੇ ਕਿਸਾਨਾਂ ਨੇ ਜਿਹੜਾ ਲਗਾਇਆ ਹੋਇਆ ਸੀ ਧਰਨਾ, ਤੇ ਜੇ ਉਹਦਾ ਫਿਰ ਤਾਂ ਸਵੇਰੇ ਵੀ ਰਿਐਕਟ ਕਰਦੇ, ਸਵੇਰੇ ਵੀ ਉਹ ਤਾਂ ਲੰਘ ਕੇ ਆਏ ਆ, ਠੀਕ ਹੈ ਨਾ ਜੀ। ਜੀ ਉੱਥੋਂ ਉਹਦੇ ਬਾਅਦ ਜਿਹੜਾ ਹੈਗਾ ਜਦੋਂ ਉੱਥੇ ਟੋਲ ਪਲਾਜ਼ਾ ਤੇ ਰੁਕੀ ਹੈ, ਉੱਥੇ ਪਥਰਾਓ ਹੋਇਆ। ਠੀਕ ਹੈ, ਜੇ ਕਿਸਾਨ ਭਰਾਵਾਂ ਨੇ ਕਰਨਾ ਹੁੰਦਾ ਤੇ ਉਹ ਤਾਂ ਦਿਨੇ ਵੀ ਹੋ ਸਕਦਾ ਸੀਗਾ, ਜਦੋਂ ਉੱਥੇ ਕੋਈ ਧਰਨਾ ਤਾਂ ਉੱਥੇ ਆਲਰੇਡੀ ਲੱਗਾ ਹੋਇਆ। ਜੀ ਕਾਲੀਆ ਸਾਹਿਬ, ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਸਮਝਣਾ ਚਾਹੁੰਦਾ, ਤੁਹਾਨੂੰ ਲੱਗਦਾ ਕਿ ਇਹ ਵਿਰੋਧ ਜ਼ਬਰਦਸਤ ਹੁੰਦਾ ਜਾ ਰਿਹਾ ਹੈ, ਕਿਸਾਨਾਂ ਦਾ ਗੁੱਸਾ ਤੁਸੀਂ ਇਸ ਨੂੰ ਕਹੋ ਕਿ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਹੈ ਕਿ ਅਜਿਹੀ ਸਥਿਤੀ ਅੱਜ ਆ ਗਈ? ਉਹ ਗੱਲ ਹੈ ਕਿਸਾਨਾਂ ਦਾ ਜਿਸ ਤੱਕ ਤਾਲੁਕ ਹੈ ਨਾ, ਕਿਸਾਨ ਭਰਾਵਾਂ ਦਾ, ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ, ਤੇ ਉਸ ਨਾਤੇ ਜਿਹੜਾ ਹੈਗਾ ਕਿ ਵੀ ਜਿਹੜੇ ਵੀ ਐਕਟ ਬਣੇ ਆ ਉਹਦੇ ਚ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵੀ ਭਾਈ ਇਹਨਾਂ ਦੇ ਹਿੱਤ ਲਈ ਹੈਗਾ, ਲੇਕਿਨ ਉਹਦੇ ਵਿੱਚ ਜਦੋਂ ਅਸੀਂ ਉਹਨੂੰ ਪੋਲੀਟੀਕਲ ਕਰਨੀ, ਰਾਜਨੀਤਿਕ ਰੰਗ ਦਿੱਤਾ ਜਾ ਰਿਹਾ। ਸਵਾਲ ਤਾਂ ਇਸ ਗੱਲ ਦਾ, ਜਿਹੜੇ ਹੁਣ ਸਵੇਰੇ ਕਿਸਾਨ ਭਰਾ ਉੱਥੇ ਬੈਠੇ ਸੀਗੇ, ਜੇ ਹਮਲਾ ਕਰਨਾ ਹੁੰਦਾ ਉਹਨਾਂ ਨੇ ਤੇ ਉਹ ਸਵੇਰੇ ਕਰਦੇ, ਠੀਕ ਹੈ ਨਾ। ਤੇ ਤੁਸੀਂ ਕਹਿ ਰਹੇ ਹੋ ਕਿ ਗਿਣੀਮਿੱਠੀ ਸਾਜ਼ਿਸ਼ ਹੈ, ਤੁਸੀਂ ਇਹ ਕਹਿ ਰਹੇ ਹੋ ਕਿ ਇਹ ਤਾਂ ਸਾਜ਼ਿਸ਼ ਹੈ, ਪ੍ਰੀ ਪਲਾਨ ਕੀਤਾ ਗਿਆ ਸੀ, ਸਾਰਾ ਕੁਝ ਸਵੇਰੇ ਲੰਘੇ ਸੀ, ਪਤਾ ਨਹੀਂ ਲੱਗਿਆ, ਸ਼ਾਮ ਨੂੰ ਪਹਿਲਾਂ ਹੀ ਪਲਾਨ ਕੀਤਾ ਗਿਆ ਸੀ ਕਿ ਉੱਥੋਂ ਲੰਘਣਾ ਹੈ, ਅਸ਼ਵਨੀ ਸ਼ਰਮਾ ਨੇ ਪਲਾਨ ਕਰਕੇ ਰੱਖਿਆ ਸੀ। ਹਾਂ, ਜੇ ਕਿਸਾਨ ਭਰਾ ਹੁੰਦੇ ਤਾਂ ਸਵੇਰੇ ਹੋ ਜਾਂਦਾ। ਠੀਕ ਹੈ, ਠੀਕ। ਚਲੋ ਕਾਲੀਆ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ। ਤਾਂ ਕੈਪਟਨ ਸਰਕਾਰ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਬੀਜੇਪੀ ਦੇ ਲੀਡਰਾਂ ਦੇ ਵੱਲੋਂ। ਇਸ ਸਮੇਂ ਦੀ ਵੱਡੀ ਖਬਰ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਟੀਵੀ ਸਕਰੀਨ ਦੇ ਉੱਤੇ ਜਿਹੜੀ ਕਾਰ ਤੁਸੀਂ ਦੇਖ ਰਹੇ ਹੋ, ਇਹ ਕਾਰ ਹੈਗੀ ਹੈ ਅਸ਼ਵਨੀ ਸ਼ਰਮਾ ਦੀ। ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ, ਉਹ ਲੰਘ ਰਹੇ ਸੀ ਟੋਲ ਪਲਾਜ਼ਾ ਤੋਂ, ਤੇ ਉੱਥੇ ਪਹਿਲਾਂ ਤੋਂ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਇਹ ਟਾਂਡਾ ਦੇ ਟੋਲ ਪਲਾਜ਼ਾ ਦੇ ਕੋਲ ਹਮਲਾ ਹੋਇਆ ਜਿੱਥੋਂ ਉਹਨਾਂ ਦੀ ਕਾਰ ਲੰਘ ਰਹੀ ਸੀ। ਜਿਵੇਂ ਮੇਰੇ ਸਹਿਯੋਗੀ ਦੱਸ ਰਹੇ ਸਨ ਕਿ ਪਾਇਲਟ ਜਿਪਸੀ ਵੀ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਤੇ ਉਸ ਦੀ ਵਜ੍ਹਾ ਨਾਲ ਉਹ ਉੱਥੇ ਤੋਂ ਲੰਘੇ ਤਾਂ ਕਿਸਾਨਾਂ ਨੇ ਉਹਨਾਂ ਨੂੰ ਦੇਖ ਲਿਆ ਤੇ ਦੇਖਿਆ ਕਿ ਕੋਈ ਵੀਆਈਪੀ ਇਸ ਦੇ ਵਿੱਚ ਹੈਗਾ, ਰੋਕਿਆ ਗਿਆ, ਪਤਾ ਲੱਗ ਗਿਆ ਕਿ ਇਸ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੇ, ਤੇ ਉਸ ਤੋਂ ਬਾਅਦ ਗੱਡੀ ਦੇ ਨਾਲ ਤੋੜਪੰਨ ਕੀਤੀ ਗਈ ਹੈ ਤੇ ਫੌਰੀ ਤੌਰ ਤੇ ਗੱਡੀ ਨੂੰ ਤਕਰੀਬਨ 15 ਕਿਲੋਮੀਟਰ ਅੱਗੇ ਲਿਜਾਇਆ ਗਿਆ। ਦਸੂਹਾ ਪਹੁੰਚ ਗਏ। ਦਸੂਹਾ ਦੇ ਥਾਣੇ ਦੇ ਵਿੱਚ ਇਸ ਸਮੇਂ ਅਸ਼ਵਨੀ ਸ਼ਰਮਾ ਹੈਗੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸ਼ਵਨੀ ਸ਼ਰਮਾ ਦੇ ਨਾਲ ਵੀ ਅਸੀਂ ਗੱਲਬਾਤ ਕਰ ਸਕੀਏ। ਫਿਲਹਾਲ ਜਾਣਕਾਰੀ ਹੈ ਕਿ ਉਹਨਾਂ ਦੀ ਤਬੀਅਤ ਬਿਲਕੁਲ ਠੀਕ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ, ਉੱਥੋਂ ਵਾਲ-ਵਾਲ ਬਚ ਕੇ ਨਿਕਲ ਗਏ। ਉਹਨਾਂ ਦੀ ਗੱਡੀ ਜ਼ਰੂਰ ਭੰਨ-ਤੋੜ ਕੀਤੀ ਗਈ ਹੈ ਤੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਲਾਜ਼ਮੀ ਤੌਰ ਤੇ ਹੁਣ ਕਾਰਵਾਈ ਕਰ ਰਹੀ ਹੋਵੇਗੀ। ਇਹ ਉਹੀ ਕਾਰ ਹੈ ਜਿਸ ਦੇ ਵਿੱਚ ਸਵਾਰ ਸੀ ਅਸ਼ਵਨੀ ਸ਼ਰਮਾ, ਜਿਸ ਦੇ ਵਿੱਚ ਤੋੜਪੰਨ ਕੀਤੀ ਗਈ ਹੈ। ਰੁਕ ਕਰਦੇ ਹਾਂ ਇਸ ਸਮੇਂ ਕਾਂਗਰਸ ਦੇ ਵਿਧਾਇਕ ਸੀਨੀਅਰ ਲੀਡਰ ਰਾਜਕੁਮਾਰ ਵੇਰਕਾ ਫੋਨ ਲਾਈਨ ਤੇ ਸਾਡੇ ਨਾਲ ਨੇ। ਵੇਰਕਾ ਸਾਹਿਬ, ਕਾਂਗਰਸ ਦਾ ਪਹਿਲਾ ਰਿਐਕਸ਼ਨ, ਕੈਪਟਨ ਸਰਕਾਰ ਦਾ ਪਹਿਲਾ ਰਿਐਕਸ਼ਨ, ਬੀਜੇਪੀ ਦੇ ਪੰਜਾਬ ਪ੍ਰਧਾਨ ਦੇ ਉੱਤੇ ਹਮਲਾ ਹੋਇਆ, ਗੱਡੀ ਭੰਨ ਦਿੱਤੀ ਗਈ ਹੈ ਬੁਰੀ ਤਰ੍ਹਾਂ ਨਾਲ। ਦੇਖੋ, ਇਹ ਅਜਿਹਾ ਅੰਦੋਲਨ ਕਿਸੇ ਵੀ ਤਰ੍ਹਾਂ ਦੇ ਨਾਲ ਵਾਜਬ ਨਹੀਂ ਹੈ, ਜਾਇਜ਼ ਨਹੀਂ ਹੈ, ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਔਰ ਤੁਸੀਂ ਪ੍ਰਦਰਸ਼ਨ ਕਰੋ, ਤੁਹਾਡਾ ਅਧਿਕਾਰ ਹੈ, ਔਰ ਇਹ ਅਧਿਕਾਰ ਹਿੰਸਾ ਦੇ ਵਿੱਚ ਹੋਵੇ ਔਰ ਇਹ ਤੋੜ ਫੋੜ ਹੋਵੇ, ਕਿਸੇ ਵੀ ਜਗ੍ਹਾ ਤੇ ਇਹ ਗੱਲ ਵਾਜਬ ਨਹੀਂ ਹੈ। ਵੇਰਕਾ ਸਾਹਿਬ, ਬੀਜੇਪੀ ਦੇ ਲੀਡਰ ਸਾਡੇ ਨਾਲ ਜੁੜੇ ਸੀ, ਉਹ ਕਹਿ ਰਹੇ ਸੀ ਇਹ ਕੈਪਟਨ ਸਰਕਾਰ ਦਾ ਫੇਲੀਅਰ ਹੈ ਕਿ ਤੁਸੀਂ ਸੁਰੱਖਿਆ ਨਹੀਂ ਦੇ ਪਾ ਰਹੇ, ਟੋਲ ਪਲਾਜ਼ਾ ਤੇ ਸਥਿਤੀ ਕਦੋਂ ਵਿਗੜ ਜਾਵੇ ਤੁਸੀਂ ਨਹੀਂ ਦੇਖ ਪਾ ਰਹੇ, ਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਕੈਪਟਨ ਸਰਕਾਰ ਦਾ ਫੇਲੀਅਰ ਹੈ ਤੇ ਕਾਂਗਰਸ ਦੇ ਹੀ ਲੋਕ ਸੀ, ਉਹ ਗੁੰਡੇ ਸ਼ਬਦ ਦਾ ਵੀ ਇਸਤੇਮਾਲ ਮਨੋਰੰਜਨ ਕਾਲੀਆ ਨੇ ਕਰ ਦਿੱਤਾ। ਦੇਖੋ ਮੈਂ ਇਹ ਗੱਲ ਕਵਾਂ, ਇਹ ਗੱਲ ਨੂੰ ਸਮਝਦੇ ਨਹੀਂ। ਪਿੰਡਾਂ ਦੇ ਲੋਕਾਂ ਨੇ ਇਹਨੂੰ ਫੜ ਕੇ ਕੁੱਟਣ ਵਾਲੇ ਪਾਸੇ ਤੁਰ ਗਏ ਆ। ਇਹ ਨਾਜ਼ੁਕ ਸਮਾਂ ਹੈਗਾ, ਲੋਕਾਂ ਦੀਆਂ ਜਜ਼ਬਾਤ ਹੈ ਜਿਹੜੇ ਭੜਕਾ ਹੈ, ਇਹ ਕੇਂਦਰ ਦੀ ਸਰਕਾਰ ਵੱਲੋਂ ਇਹਨਾਂ ਨੂੰ ਉਸ ਨਾਜ਼ੁਕ ਸਮੇਂ ਨੂੰ ਸਮਝਣਾ ਚਾਹੀਦਾ। ਇਹ ਬਜਾਏ ਲੋਕਾਂ ਦੇ ਜਾ ਕੇ ਕਿਸਾਨਾਂ ਦੇ ਨਾਲ ਗੱਲ ਕਰਦੇ ਆ ਔਰ ਕਦੀ ਜਾ ਕੇ ਇਹ ਗੱਲ ਵਾਸਤੇ ਚੜਾਉਂਦੇ ਆ ਉਹਨਾਂ ਨੂੰ ਕਿ ਬਿੱਲ ਬੜਾ ਚੰਗਾ ਆ, ਇਹ ਸਾਰੇ ਦੇ ਹੱਕ ਦੇ ਵਿੱਚ ਹੈ। ਲੋਕ ਇਸ ਗੱਲ ਨਾਲ ਹੋਰ ਵੀ ਗੁੱਸੇ ਦੇ ਵਿੱਚ ਆਉਂਦੇ ਪਏ ਆ। ਇਹਨਾਂ ਨੂੰ ਚਾਹੀਦਾ ਹੈ ਕਿ ਇਹ ਜਾ ਕੇ ਮੋਦੀ ਸਾਹਿਬ ਦੇ ਉੱਪਰ ਪ੍ਰੈਸ਼ਰ ਪਾਉਣ, ਪੰਜਾਬ ਦੇ ਹਾਲਾਤ ਦੀ ਸਹੀ ਜਾਣਕਾਰੀ ਬੀਜੇਪੀ ਦੇ ਲੋਕ ਉੱਥੇ ਦੇਣ ਕਿ ਇਹ ਪੰਜਾਬ ਦੇ ਹਾਲਾਤ ਕਿਸ ਹੱਦ ਤੱਕ ਹੈ ਔਰ ਪੰਜਾਬ ਦੇ ਹਾਲਾਤ ਇੱਥੋਂ ਤੱਕ ਹੈ ਜੇਕਰ ਇਹ ਮੂਵਮੈਂਟ ਦਾ ਕੋਈ ਵਿੱਚ ਕੋਈ ਸਾਡਾ ਹੱਥ ਹੋਵੇ। ਅਸੀਂ ਤੇ ਖੁਦ ਅਪੀਲ ਕਰ ਰਹੇ ਹਾਂ ਕਿ ਸਾਡੇ ਕੋਲ ਕੋਲਾ ਨਹੀਂ ਹੈ, ਸਾਡਾ ਬਿਜਲੀ ਦਾ ਹਾਲਾਤ ਵਿਗੜਨ ਜਾ ਰਹੇ ਹੈ ਔਰ ਬਲੈਕਆਊਟ ਦਾ ਖਤਰਾ ਪੈਦਾ ਹੋਇਆ ਹੈ ਔਰ ਇਹ ਗੱਲਾਂ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਦੇਖਣਾ ਇਹ ਕਿਤੇ ਵੀ ਵਾਜਬ ਨਹੀਂ ਹੈ। ਮੈਂ ਸਮਝਣਾ ਹੈ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਨੂੰ ਨਾਜ਼ੁਕ ਸਮੇਂ ਨੂੰ ਇਨਸਾਨੀਅਤ ਵਾਂਗੂ ਸਮਝਣਾ ਚਾਹੀਦਾ ਹੈ।
ਠੀਕ ਹੈ ਸਰ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਡਾਕਟਰ ਰਾਜਕੁਮਾਰ ਵੇਰਕਾ ਬੀਜੇਪੀ ਦੇ ਆਗੂਆਂ ਨੂੰ ਨਸੀਹਤ ਵੀ ਦੇ ਰਹੇ ਨੇ ਕਿ ਬਹੁਤ ਨਾਜ਼ੁਕ ਸਮਾਂ ਹੈ, ਖਾਸ ਤੌਰ ਤੇ ਪੰਜਾਬ ਦੇ ਲਈ, ਤੇ ਇਸ ਚੀਜ਼ ਨੂੰ ਸਮਝਣ ਬੀਜੇਪੀ ਦੇ ਆਗੂ ਤੇ ਕੇਂਦਰ ਦੀ ਸਰਕਾਰ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਨੂੰ ਜ਼ਰੂਰ ਚੁੱਕਣ। ਵੱਡੀ ਖਬਰ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਦੱਸ ਦਈਏ ਕਿ ਕਾਰ ਜਿਹੜੀ ਤੁਸੀਂ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ, ਇਹ ਕਾਰ ਹੈ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ। ਟਾਂਡਾ ਟੋਲ ਪਲਾਜ਼ਾ ਤੋਂ ਨਿਕਲ ਰਹੇ ਸਨ, ਉੱਥੇ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਤੇ ਹਾਲਾਂਕਿ ਉਹ ਵਾਲ-ਵਾਲ ਬਚੇ ਨੇ ਇਸ ਹਮਲੇ ਦੇ ਵਿੱਚ, ਤੇ ਫਿਰ ਉਹਨਾਂ ਨੂੰ ਲਿਜਾਇਆ ਗਿਆ ਪੁਲਿਸ ਥਾਣੇ ਦੇ ਵਿੱਚ। ਇਸ ਸਮੇਂ ਉਹਨਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਨੇ। ਬੀਜੇਪੀ ਕਾਂਗਰਸ ਨੂੰ ਘੇਰ ਰਹੀ ਹੈ ਇਸ ਪੂਰੇ ਮਾਮਲੇ ਦੇ ਉੱਤੇ, ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੂੰ, ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ। ਮੈਂ ਤੁਹਾਨੂੰ ਸੁਣਾਉਣਾ ਹੈ ਕੀ ਕੁਝ ਕਹਿ ਰਹੇ ਨੇ ਅਸ਼ਵਨੀ ਸ਼ਰਮਾ ਇਸ ਪੂਰੇ ਘਟਨਾਕ੍ਰਮ ਦੇ ਉੱਤੇ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਕਾਰਾਂ, ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦੇ ਹੈ, ਮਗਰ ਲੱਗਦਾ ਕਿ ਸੁਭਾਵਿਕ ਕਿਉਂ ਨਹੀਂ ਹੈ। ਉਹਨਾਂ ਨੇ ਉਹ ਟੋਲ ਪਲਾਜ਼ਾ ਤੇ ਬੈਠੇ ਹੋਏ ਲੋਕਾਂ ਦਾ ਆਪਸ 'ਚ ਗੱਡੀ ਦੇ ਆਪਸ ਟੈਲੀਫੋਨਿਕਲੀ ਕੋਈ ਸੰਪਰਕ ਹੋਇਆ, ਨਹੀਂ ਤਾਂ ਕਿਸੇ ਨੂੰ ਪਤਾ ਲੱਗਾ ਕਿ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਜਿੰਨੀ ਦੇਰ 'ਚ ਜਿਹੜੇ ਉਹ ਧਰਨੇ ਤੇ ਬੈਠੇ ਹੁੰਦੇ ਆ ਉੱਠ ਕੇ ਆਉਂਦੇ ਨੇ, ਉਨੀ ਦੇਰ ਗੱਡੀਆਂ ਨਿਕਲ ਜਾਂਦੀਆਂ। ਲੇਕਿਨ ਉਹ ਮੇਰੀ ਗੱਡੀ ਦੇ ਬਿਲਕੁਲ ਸਾਹਮਣੇ ਟੋਲ ਪਲਾਜ਼ਾ ਦੇ ਉਸ ਰੋਡ 'ਚ ਹੀ ਆਏ ਜਿੱਥੋਂ VIP ਨਿਕਲਦਾ, ਉੱਥੇ ਉਹ ਸਾਹਮਣੇ ਖੜੇ ਸੀ ਔਰ ਆਂਦੇ ਹੀ ਉਹਨਾਂ ਨੇ ਤਾਬ ਨਹੀਂ ਦੇਖਿਆ, ਮੁਰਦਾਬਾਦ ਨਹੀਂ ਜਿੰਦਾਬਾਦ ਤੇ ਲੋਕਤੰਤਰ ਦੇ ਅਧਿਕਾਰ ਹੈ। ਪਰ ਮੈਨੂੰ ਐਸਾ ਲੱਗਦਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ, ਉਹਨਾਂ ਦੇ ਅੰਦੋਲਨ ਨੂੰ ਤਾਰ-ਪੀਟੋ ਕਰਨ ਲਈ ਕੀਤਾ ਗਿਆ ਔਰ ਬੇਸਬਾਰ ਬੈਂਡ ਸੀ, ਪੱਥਰ ਗੱਡੀ ਦੇ ਉੱਤੇ ਉਹਨਾਂ ਨੇ ਮਾਰਨਾ ਸ਼ੁਰੂ ਕੀਤੇ। ਮੇਰੇ ਸ਼ੀਸ਼ੇ ਜੁੜੇ ਟੁੱਟੇ ਨੇ, ਪਰ ਮੇਰੇ ਗਨਮੈਨਾਂ ਦੀ ਬੜੀ ਬਹਾਦਰੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਗੱਡੀ ਕੱਢੀ ਹੈ, ਉਸ ਤੋਂ ਬਾਅਦ ਉਹ ਆਪੇ ਉੱਥੋਂ ਨਿਕਲ ਕੇ ਆਏ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਕਾਰਾਂ, ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦੇ ਹੈ, ਮਗਰ ਲੱਗਦਾ ਕਿ ਸੁਭਾਵਿਕ ਕਿਉਂ ਨਹੀਂ ਹੈ। ਉਹਨਾਂ ਨੇ ਉਹ ਟੋਲ ਪਲਾਜ਼ਾ ਤੇ ਬੈਠੇ ਹੋਏ ਲੋਕਾਂ ਦਾ ਆਪਸ 'ਚ ਗੱਡੀ ਦੇ ਆਪਸ ਟੈਲੀਫੋਨਿਕਲੀ ਕੋਈ ਸੰਪਰਕ ਹੋਇਆ, ਨਹੀਂ ਤਾਂ ਕਿਸੇ ਨੂੰ ਪਤਾ ਲੱਗਾ ਕਿ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਜਿੰਨੀ ਦੇਰ 'ਚ ਜਿਹੜੇ ਉਹ ਧਰਨੇ ਤੇ ਬੈਠੇ ਹੁੰਦੇ ਆ ਉੱਠ ਕੇ ਆਉਂਦੇ ਨੇ, ਉਨੀ ਦੇਰ ਗੱਡੀਆਂ ਨਿਕਲ ਜਾਂਦੀਆਂ। ਲੇਕਿਨ ਉਹ ਮੇਰੀ ਗੱਡੀ ਦੇ ਬਿਲਕੁਲ ਸਾਹਮਣੇ ਟੋਲ ਪਲਾਜ਼ਾ ਦੇ ਉਸ ਰੋਡ 'ਚ ਹੀ ਆਏ ਜਿੱਥੋਂ VIP ਨਿਕਲਦਾ, ਉੱਥੇ ਉਹ ਸਾਹਮਣੇ ਖੜੇ ਸੀ ਔਰ ਆਂਦੇ ਹੀ ਉਹਨਾਂ ਨੇ ਤਾਬ ਨਹੀਂ ਦੇਖਿਆ, ਮੁਰਦਾਬਾਦ ਨਹੀਂ ਜਿੰਦਾਬਾਦ ਤੇ ਲੋਕਤੰਤਰ ਦੇ ਅਧਿਕਾਰ ਹੈ। ਪਰ ਮੈਨੂੰ ਐਸਾ ਲੱਗਦਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ, ਉਹਨਾਂ ਦੇ ਅੰਦੋਲਨ ਨੂੰ ਤਾਰ-ਪੀਟੋ ਕਰਨ ਲਈ ਕੀਤਾ ਗਿਆ ਔਰ ਬੇਸਬਾਰ ਬੈਂਡ ਸੀ, ਪੱਥਰ ਗੱਡੀ ਦੇ ਉੱਤੇ ਉਹਨਾਂ ਨੇ ਮਾਰਨਾ ਸ਼ੁਰੂ ਕੀਤੇ। ਮੇਰੇ ਸ਼ੀਸ਼ੇ ਜੁੜੇ ਟੁੱਟੇ ਨੇ, ਪਰ ਮੇਰੇ ਗਨਮੈਨਾਂ ਦੀ ਬੜੀ ਬਹਾਦਰੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਗੱਡੀ ਕੱਢੀ ਹੈ, ਉਸ ਤੋਂ ਬਾਅਦ ਉਹ ਆਪੇ ਉੱਥੋਂ ਨਿਕਲ ਕੇ ਆਏ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ। ਤਾਂ ਅਸ਼ਵਨੀ ਸ਼ਰਮਾ ਕੀ ਕੁਝ ਕਹਿ ਰਹੇ ਨੇ ਉਹ ਅਸੀਂ ਤੁਹਾਨੂੰ ਸੁਣਵਾਇਆ। ਉਹਨਾਂ ਦੇ ਵੱਲੋਂ ਪੂਰਾ ਤਫਸੀਲ ਦੇ ਨਾਲ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਗੱਡੀ ਅੱਗੇ ਵੱਧ ਰਹੀ ਸੀ, ਟੋਲ ਪਲਾਜ਼ਾ ਤੇ ਪਹੁੰਚੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਹੈ। ਗੱਡੀ ਭੰਨ ਦਿੱਤੀ ਗਈ, ਉੱਥੋਂ ਫੌਰੀ ਤੌਰ ਦੇ ਉੱਤੇ ਉਹਨਾਂ ਦੀ ਸੁਰੱਖਿਆ ਵੀ ਨਾਲ ਸੀ। ਉੱਥੋਂ ਨਿਕਲ ਕੇ ਟੋਲ ਪਲਾਜ਼ਾ ਤੋਂ, ਟਾਂਡਾ ਦਾ ਟੋਲ ਪਲਾਜ਼ਾ ਇਹ ਦੱਸਿਆ ਜਾ ਰਿਹਾ, ਤੇ ਉੱਥੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਦਸੂਆ, ਜਿੱਥੇ ਉਹ ਪਹੁੰਚੇ ਨੇ। ਦਸੂਆ ਦੇ ਥਾਣੇ ਪਹੁੰਚੇ ਤੇ ਉੱਥੋਂ ਇਸ ਸਮੇਂ ਉਹਨਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਨੇ। ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ ਤਰੁਣ ਚੁਗ ਜੀ, ਜਨਰਲ ਸਕੱਤਰ ਨੇ ਕੌਮੀ ਬੀਜੇਪੀ ਦੇ। ਚੁਗ ਸਾਹਿਬ, ਸਵਾਗਤ ਹੈ ਤੁਹਾਡਾ। ਫਸਟ ਰਿਐਕਸ਼ਨ ਸਮਝਣਾ ਚਾਹਾਂਗੇ, ਤੁਹਾਡੀ ਅਸ਼ਵਨੀ ਸ਼ਰਮਾ ਦੇ ਨਾਲ ਗੱਲਬਾਤ ਹੋਈ ਹੋਵੇ, ਇਸ ਸਮੇਂ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ, ਕੀ ਕੁਝ ਪੂਰਾ ਘਟਨਾਕ੍ਰਮ ਵਾਪਰਿਆ? ऐसा है कि बड़ा योजनाबद्ध प्लान्ड हमला है और एक ਗੱਡੀਆਂ तो दो ਗੱਡੀਆਂ ਉਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸੀ, ਜਿਨ੍ਹਾਂ ਨੇ ਜਾ ਕੇ ਉੱਥੇ ਉਹਨਾਂ ਨੂੰ ਘੇਰ ਕੇ ਉਹਨਾਂ ਤੇ ਬੈਸਬਾਲ ਰੋਡ ਔਰ ਲਾਠੀਆਂ ਦੇ ਨਾਲ ਹਮਲਾ ਕੀਤਾ, ਹੌਕੀਆਂ ਦੇ ਨਾਲ ਹਮਲਾ ਕੀਤਾ ਜੀ। ਇਸ ਤਰ੍ਹਾਂ ਦਾ ਹੀ ਹਮਲਾ ਮੈਨੂੰ ਯਾਦ ਹੈ ਅੱਜ ਤੋਂ 8-10 ਦਿਨ ਪਹਿਲੇ ਮੇਰੇ ਤੇ ਵੀ ਹੋਇਆ ਸੀ ਔਰ ਇਹ ਘਟਨਾ ਜਿਸ 'ਚ ਉਹਨਾਂ ਦੀ ਸਾਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਔਰ ਮੌਕੇ ਦੇ ਉੱਤੇ ਉਹਨਾਂ ਦੇ ਸੁਰੱਖਿਆ ਦੇ ਲੋਕਾਂ ਨੇ ਉਹਨਾਂ ਨੂੰ ਬਚਾਇਆ। ਲੇਕਿਨ ਇਹ ਪੰਜਾਬ ਔਰ ਪੰਜਾਬੀਅਤ ਦੇ ਖਿਲਾਫ ਹਮਲਾ ਹੈ। ਇਹਦੇ ਵਿੱਚ ਮੇਰਾ ਐਸਾ ਮੰਨਣਾ ਹੈ ਕਿ ਇਹ ਕਿਸਾਨਾਂ ਨੂੰ ਬਦਨਾਮ ਕਰਨ ਦਾ ਇਹ ਪ੍ਰयास ਹੋ ਰਿਹਾ ਹੈ। ਜਿਹੜਾ ਕਿਸਾਨ ਹੈ ਜੀ, ਉਹ ਸ਼ਾਂਤੀਮਈ ਅੰਦੋਲਨ ਕਰ ਰਿਹਾ ਹੈ। ਅੱਜ ਤੱਕ ਕਿਸੇ ਵੀ ਕਿਸਾਨ ਨੇ ਕੋਈ ਵੀ ਅੰਦੋਲਨ ਦੇ ਅੰਦਰ ਐਸੀ ਘਟਨਾ ਨਹੀਂ ਕੀਤੀ, ਨਾ ਹਿੰਸਾ ਕੀਤੀ ਹੈ। ਲੇਕਿਨ ਸ਼ੁਰੂ ਤੋਂ ਯੂਥ ਕਾਂਗਰਸ ਦੇ ਲੋਕ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ, ਚਾਹੇ ਉਹ ਟਰੈਕਟਰ ਚਲਾਉਣ ਦੀਆਂ 2 ਘਟਨਾਵਾਂ ਹੋਣ ਜਾਂ ਬੀਜੇਪੀ ਦਫ਼ਤਰਾਂ ਤੇ ਟਾਇਰ ਚਾਲ ਕੇ ਸੁੱਟਣ ਦੀ ਗੱਲ ਹੋਵੇ ਜਾਂ ਬੀਜੇਪੀ ਦੇ ਜਿਹੜੇ ਕਾਰਿਆਲਿਆਂ ਦੇ ਬਾਹਰ ਜਾ ਕੇ ਤਾਲੇ ਮਾਰਨ ਦੀ ਗੱਲ ਹੋਵੇ, ਹਮਲੇ ਦੀ ਗੱਲ ਹੋਵੇ। ਇਹ ਸਾਰੀ ਗੱਲ ਦੇ ਪਿੱਛੇ ਯੂਥ ਕਾਂਗਰਸ ਨੇ ਹਮੇਸ਼ਾ ਹੀ ਨੈਗੇਟਿਵ ਰੋਲ ਅਦਾ ਕੀਤਾ। ਮੈਨੂੰ ਪੂਰਾ ਯਕੀਨ ਹੈ ਕਿ ਇਹ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ, ਕਿਸਾਨ ਅੰਦੋਲਨ ਨੂੰ ਹਿੰਸਕ
ਇਹ ਕਹਿਣ ਵਾਸਤੇ ਕਿ ਅੰਦੋਲਨ ਹਿੰਸਕ ਹੈ, ਇਹ ਘਟਨਾ ਕੀਤੀ ਗਈ ਹੈ ਔਰ ਅਸੀਂ ਇਹਦੀ ਕਠੋਰ ਨਿੰਦਾ ਕਰਨੇ ਆ, ਇਹਦੀ ਜਾਂਚ ਹੋਣੀ ਚਾਹੀਦੀ, ਕਿਉਂਕਿ ਕਿਸਾਨ ਇਸ ਤਰ੍ਹਾਂ ਦੀ ਘਟਨਾ ਕਦੀ ਵੀ ਨਹੀਂ ਕਰ ਸਕਦੇ। ਕਿਸਾਨੀ ਦੇ ਨਾਮ ਤੇ ਚਾਹੇ ਉਹ ਕਾਂਗਰਸ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਲੋਕ ਭਲਾਈ ਪਾਰਟੀ ਹੈ, ਇਹ ਸਭ ਇਹ ਤੇ ਰਾਜਨੀਤੀ ਕਰ ਰਹੇ, ਧਰਨੇ ਦੇ ਰਹੇ। ਇਹਨਾਂ ਦੇ ਅੱਧੇ ਨਾਲੋਂ ਜ਼ਿਆਦਾ ਲੀਡਰ ਕਿਸਾਨ ਵਿਰੋਧੀ ਨੇ, ਕਿਸਾਨ ਵਿਰੋਧੀ ਇਹਨਾਂ ਦਾ ਚਿੱਤਰ ਹੈ। ਔਰ ਅੱਜ ਦੀ ਇਹ ਘਟਨਾ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਹ ਜਿਹੜੀਆਂ ਪਾਰਟੀਆਂ ਨੇ ਲਾਮਬੰਦ ਹੋ ਕੇ ਸਾਡੇ ਤੇ ਹਮਲੇ ਸ਼ੁਰੂ ਕੀਤੇ ਹੈ, ਉਹ ਭਾਰਤੀ ਜਨਤਾ ਪਾਰਟੀ ਨੂੰ ਰੋਕ ਨਹੀਂ ਸਕਦੇ। ਭਾਰਤੀ ਜਨਤਾ ਪਾਰਟੀ ਨਾ ਰੁਕੇਗੀ ਨਾ ਝੁਕੇਗੀ। ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਿਰੰਤਰ ਕਿਸਾਨਾਂ ਵਾਸਤੇ, ਕਿਸਾਨਾਂ ਦੀ ਖੁਸ਼ਹਾਲੀ ਵਾਸਤੇ ਪੋਲੀਟੀਕਲ ਹਮਲਾ ਨਜ਼ਰ ਆ ਰਿਹਾ ਹੈ। ਤੁਹਾਨੂੰ ਪੋਲੀਟੀਕਲ ਹਮਲਾ ਨਜ਼ਰ ਆ ਰਿਹਾ ਹੈ? ਤੁਹਾਨੂੰ ਲੱਗਦਾ ਹੈ ਕਿ ਕੌਣ ਜ਼ਿੰਮੇਵਾਰ ਹੈ ਇਸ ਦੇ ਵਿੱਚ? ਕਿਸ ਦੀ ਜ਼ਿੰਮੇਵਾਰੀ ਸਮਝਦੇ ਹੋ ਤੁਸੀਂ? ਮੈਂ ਸਮਝਣਾ ਉਸ ਦਿਨ ਮੈਂ ਖੇਤੀ ਮਜ਼ਦੂਰ ਕਿਸਾਨ ਯੂਨੀਅਨ ਨਾਲ ਬੈਠਾ, ਉਹਨਾਂ ਨੇ ਸਾਰੀ ਗੱਲ ਸੁਣੀ ਜੀ, ਲੇਕਿਨ ਜਿਹੜੇ ਕਾਂਗਰਸ ਦੇ ਕਿਸਾਨ ਸੰਘਰਸ਼ ਸਮਿਤੀ ਦੇ ਲੋਕ ਸੀ ਉਹ ਮੈਨੂੰ ਹਰਸ਼ਾ ਚੀਨਾ 'ਚ ਸਿੱਧਾ ਆਂਦਿਆਂ ਉਹਨਾਂ ਨੇ ਡਾਂਗਾ ਚਲਾਉਣੀਆਂ ਸ਼ੁਰੂ ਕਰਤੀਆਂ ਔਰ ਬੜੀ ਮੁਸ਼ਕਲ ਉੱਥੇ ਵੀ ਮੈਨੂੰ ਸੁਰੱਖਿਆ ਦੇ ਲੋਕਾਂ ਨੇ ਬਚਾਇਆ ਸੀ। ਅੱਜ ਦੀ ਘਟਨਾ ਵੀ ਬਿਲਕੁਲ ਇਸ ਤਰ੍ਹਾਂ ਦੀ ਹੈ। ਕਿਸਾਨ ਅੰਦੋਲਨ ਦੇ ਨਾਮ ਤੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਗੰਦਾ ਸ਼ੜਯੰਤਰ ਕਰ ਰਹੇ ਨੇ, ਰਾਜਨੀਤੀ ਕਰ ਰਹੇ ਨੇ। ਇਹ ਅਸ਼ਵਨੀ ਸ਼ਰਮਾ ਜੀ ਤੇ ਜਿਹੜਾ ਹਮਲਾ ਹੈ ਇਹ ਕਿਸਾਨਾਂ ਨੇ ਨਹੀਂ ਕੀਤਾ, ਇਹ ਹਮਲਾ ਯੂਥ ਕਾਂਗਰਸ ਦੇ ਲੋਕਾਂ ਨੇ ਕੀਤਾ। ਤੁਸੀਂ ਦੱਸੋ ਅੰਮ੍ਰਿਤਸਰ ਬੀਜੇਪੀ ਕਾਰਜਾਲੇ ਤੇ ਟਾਇਰ ਬਾਲ ਕੇ ਸੁੱਟਿਆ, ਕਿੰਨੇ ਸੁੱਟਿਆ? ਯੂਥ ਕਾਂਗਰਸ ਦੇ ਲੋਕਾਂ ਨੇ। ਅੰਮ੍ਰਿਤਸਰ ਬੀਜੇਪੀ ਕਾਰਜਾਲੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਕਿੰਨੇ ਕੀਤੀ? ਯੂਥ ਕਾਂਗਰਸ ਦੇ ਲੋਕਾਂ ਨੇ। ਤਾਲਾ ਮਾਰਿਆ ਯੂਥ ਕਾਂਗਰਸ ਦੇ ਲੋਕਾਂ ਨੇ। ਜੇ ਲੁਧਿਆਣਾ ਬੀਜੇਪੀ ਕਾਰਜਾਲੇ ਦੇ ਅੰਦਰ ਜਾ ਕੇ ਪੁਤਲੇ ਸਾੜੇ ਤੇ ਯੂਥ ਕਾਂਗਰਸ ਦੇ ਲੋਕਾਂ ਨੇ। ਇਹ ਯੂਥ ਕਾਂਗਰਸ ਨੇ ਟਰੈਕਟਰ ਸਾੜਿਆ ਤੇ ਯੂਥ ਕਾਂਗਰਸ ਦੇ ਲੋਕਾਂ ਨੇ। ਪੰਜਾਬ ਦੇ ਅੰਦਰ ਮਾਹੌਲ ਖਰਾਬ ਕਰਨ ਦਾ ਸਾਜ਼ਿਸ਼ ਅੱਗੇ ਵੀ 1980 ਦੇ ਦਸ਼ਕ 'ਚ ਕਾਂਗਰਸ ਨੇ ਕੀਤੀ ਸੀ, ਅੱਜ ਵੀ ਕਾਂਗਰਸ ਉਹੀ ਪ੍ਰਯਾਸ ਕਰ ਰਹੀ ਹੈ। ਔਰ ਪੰਜਾਬ ਦੇ ਅੰਦਰ ਇਹ ਤੁਸੀਂ ਸੋਚੋ, ਜਿਨ੍ਹਾਂ ਬੀਜੇਪੀ ਦਫ਼ਤਰਾਂ ਤੇ ਹਮਲੇ ਹੋਏ, ਜੇ ਵਰਕਰ ਬੀਜੇਪੀ ਦਾ ਨੂੰ ਬਚਾਉਣ ਆਇਆ ਤੇ ਉਹਨਾਂ ਤੇ ਅੰਮ੍ਰਿਤਸਰ 'ਚ 308 ਦੇ ਪਰਚੇ ਦਰਜ ਕਰ ਦਿੱਤੇ ਗਏ ਜੀ। ਯੂਥ ਕਾਂਗਰਸ ਦੇ ਬੰਦਿਆਂ ਤੇ ਇੱਕ ਪਰਚਾ ਰਜਿਸਟਰਡ ਪੰਜਾਬ 'ਚ ਨਹੀਂ ਆਇਆ ਇੰਨੀ ਘਟਨਾਵਾਂ ਤੋਂ ਬਾਅਦ। ਔਰ ਅੱਜ ਦੀ ਇਹ ਘਟਨਾ ਦੇ ਪਿੱਛੇ ਵੀ ਯੂਥ ਕਾਂਗਰਸ ਦੇ ਲੋਕ ਨੇ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਔਰ ਇਹ ਜਿਹੜਾ ਮਾਹੌਲ ਖਰਾਬ ਕਰਕੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਨੂੰ ਅੱਗ ਵੱਲ ਧਕੇਲ ਰਿਹਾ ਜਾਂ ਹੋਰ ਪੋਲੀਟੀਕਲ ਪਾਰਟੀਆਂ ਤੇ ਵੋਟ ਬੈਂਕ ਦੀ ਪੋਲਿਟਿਕਸ ਕਰ ਰਹੀਆਂ, ਉਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਪ੍ਰਯਾਸ ਕਰ ਰਹੀਆਂ। ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸੀ ਹੈ ਔਰ ਜ਼ਿੰਦਗੀ ਭਰ ਰਹੇਗੀ। ਕਿਸਾਨ ਸਾਡਾ ਰੱਬ ਹੈ, ਅਸੀਂ ਉਸ ਕਿਸਾਨ ਨਾਲ ਹਰ ਗੱਲ ਕਰਾਂਗੇ। ਕਿਸਾਨ ਦੇ ਅੰਦੋਲਨ ਦੇ ਨਾਲ ਚੁਗ ਸਾਹਿਬ ਅੱਗੇ ਹੁਣ ਬੀਜੇਪੀ ਦੀ ਕੀ ਰੂਪਰੇਖਾ ਰਹੇਗੀ? ਤੁਸੀਂ ਤਾਂ ਸਰਕਾਰ ਤੇ ਇਲਜ਼ਾਮ ਲਗਾ ਰਹੇ ਹੋ, ਯੂਥ ਕਾਂਗਰਸ ਤੇ ਇਲਜ਼ਾਮ ਲਗਾਤਾ, ਕਾਂਗਰਸ ਤੇ ਇਲਜ਼ਾਮ ਲਗਾਤਾ, ਤਾਂ ਫਿਰ ਸਿੱਧਾ ਸਰਕਾਰ ਤੇ ਹੀ ਹੈ। ਹੁਣ ਫਿਰ ਬੀਜੇਪੀ ਦੀ ਅੱਗੇ ਦੀ ਕੀ ਪਲਾਨ ਹੈ? ਕੀ ਅੱਗੇ ਕਦਮ ਚੁੱਕੇਗੀ? ਤਾਂ ਬਹੁਤ ਵੱਡਾ ਘਟਨਾਕ੍ਰਮ ਵਾਪਰ ਗਿਆ। ਪੱਤਰਕਾਰ ਹੋ, ਐਂਕਰ ਹੋ, ਮੈਂ ਤੁਹਾਨੂੰ ਫੋਟੋਆਂ ਭੇਜਣਾ। ਅੰਮ੍ਰਿਤਸਰ ਬੀਜੇਪੀ ਦਫ਼ਤਰ 'ਚ ਅੱਗ ਲਗਾ ਰਹੇ ਨੇ ਉਹ ਯੂਥ ਕਾਂਗਰਸ ਦੇ ਲੀਡਰ ਨੇ, ਨੋਇੰਗ ਲੀਡਰ ਨੇ। ਲੇਕਿਨ ਅਖਬਾਰ 'ਚ ਖਬਰ ਆਂਦੀ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ, ਕਿਸਾਨਾਂ ਦੇ ਬਿੱਲਾਂ ਦੇ ਖਿਲਾਫ ਅੱਜ ਅੱਗ ਲਗਾਈ ਗਈ ਬੀਜੇਪੀ। ਲਗਾਉਣ ਵਾਲਾ ਕੌਣ ਹੈ? ਯੂਥ ਕਾਂਗਰਸ। ਟਰੈਕਟਰ ਜਲਾਇਆ ਗਿਆ ਦਿੱਲੀ ਦੇ ਅੰਦਰ, ਕਿੰਨੇ ਜਲਾਇਆ? ਯੂਥ ਕਾਂਗਰਸ ਦੇ ਲੋਕਾਂ ਨੇ। ਔਰ ਉਹਨਾਂ ਦੇ ਪਿੱਛੇ ਕੌਣ ਹੈ? ਪੰਜਾਬ ਦੀ ਸਰਕਾਰ। ਮੈਂ ਪੁੱਛਣਾ ਚਾਹੁੰਦਾ, ਇੰਨਾ ਹਾਈਲੀ ਸਿਕਿਉਰਿਟੀ ਵਾਲਾ ਪਰਸਨ ਹੋਵੇ, ਅਸ਼ਵਨੀ ਸ਼ਰਮਾ ਸਟੇਟ ਦਾ ਪ੍ਰੈਜ਼ੀਡੈਂਟ ਹੋਵੇ, ਉਹਦੇ ਮਗਰ 2 ਗੱਡੀਆਂ ਲੱਗੀਆਂ ਰਹੀਆਂ, ਪੁਲਿਸ ਸੁਰੱਖਿਆ ਕਿੱਥੇ ਸੀ? ਜਿਨ੍ਹਾਂ ਲੋਕਲ ਪੁਲਿਸ ਨੇ ਕਿਉਂ ਨਹੀਂ ਹੈਲਪ ਕੀਤੀ? ਕਿਸ ਤਰ੍ਹਾਂ ਉਹਨਾਂ ਨੂੰ ਐਡਾ ਵੱਡਾ ਨਾਲ ਜਾ ਰਹੇ ਨੇ, ਉਸ ਟੂਰ ਨੂੰ ਕਿਉਂ ਨਹੀਂ ਸਿਕਿਉਰ ਕੀਤਾ ਗਿਆ ਜੀ? ਪੰਜਾਬ ਦੇ ਅੰਦਰ ਬੀਜੇਪੀ ਨੂੰ ਡਰਾਉਣ ਦਾ ਪ੍ਰਯਾਸ ਹੋ ਰਿਹਾ, ਬੀਜੇਪੀ ਨੂੰ ਰੋਕਣ ਦਾ ਪ੍ਰਯਾਸ ਹੋ ਰਿਹਾ। ਬੀਜੇਪੀ ਦੁਆਰਾ ਕਿਸਾਨਾਂ ਨਾਲ ਕੀਤੇ ਗਏ ਜਿਹੜੇ ਕੰਮ ਨੇ ਉਹਨਾਂ ਨੂੰ ਝੂਠ ਬੋਲ ਕੇ ਸ਼ੜਯੰਤਰ ਦੇ ਨਾਲ ਉਹਨਾਂ ਨਾਲ ਝੂਠ ਬੋਲਿਆ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਇੱਕੋ ਹੀ ਸਥਾਨ ਤੋਂ ਚੱਲ ਰਹੀਆਂ, ਬਾਕੀ ਪੋਲੀਟੀਕਲ ਪਾਰਟੀਆਂ ਨੂੰ ਫਾਲੋ ਕਰ ਰਹੀ ਜੀ। ਚੁਗ ਸਾਹਿਬ, ਤੁਸੀਂ 2 ਗੱਡੀਆਂ ਦਾ ਜ਼ਿਕਰ ਕਰ ਰਹੇ ਹੋ ਕਿ ਅਸ਼ਵਨੀ ਸ਼ਰਮਾ ਦਾ ਪਿੱਛਾ, ਉਹਨਾਂ ਦੇ ਕਾਫਲੇ ਦਾ ਪਿੱਛਾ 2 ਗੱਡੀਆਂ ਕਰ ਰਹੀਆਂ ਸੀ। ਉਹ ਕਿਹੜੀਆਂ ਗੱਡੀਆਂ ਸੀ? ਕਿੱਥੋਂ ਪਿੱਛਾ ਕਰ ਰਹੀਆਂ ਸੀ? ਉਹਨਾਂ ਦੇ ਕੋਈ ਨੰਬਰ, ਕੋਈ ਨੋਟ ਕੀਤੇ ਗਏ ਹੋਣ ਜਾਂ ਪੁਲਿਸ ਨੂੰ ਦੱਸੇ ਗਏ ਹੋਣ? ਇਹਦੀ ਰਿਟਨ ਕੰਪਲੇਂਟ ਦੇ ਰਹੇ ਨੇ ਔਰ ਇਹ ਟੋਲ ਪਲਾਜ਼ਾ ਤੋਂ ਪਹਿਲਾਂ ਹੀ ਉਹਨਾਂ ਦੀ ਮੀਟਿੰਗ ਤੋਂ ਪਿੱਛੇ ਲੱਗ ਗਈਆਂ ਸੀ ਜੀ। ਪੰਜਾਬ ਦਾ ਲਾਅ ਐਂਡ ਆਰਡਰ ਕਿੱਥੇ ਹੈ? ਇੰਟੈਲੀਜੈਂਸ ਕਿੱਥੇ ਹੈ? ਠੀਕ ਹੈ ਚੁਗ ਸਾਹਿਬ, ਸਾਡੇ ਨਾਲ ਫੋਨ ਲਾਈਨ ਤੇ ਰਹੋ। ਇਸ ਸਮੇਂ ਸਾਡੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ, ਬਰਿੰਦਰ ਢਿੱਲੋਂ ਜੀ। ਢਿੱਲੋਂ ਸਾਹਿਬ, ਪਹਿਲਾ ਰਿਐਕਸ਼ਨ ਤੁਹਾਡਾ। ਚੁਗ ਸਾਹਿਬ ਕਹਿ ਰਹੇ ਨੇ ਪੰਜਾਬ ਯੂਥ ਕਾਂਗਰਸ ਦੇ ਆਗੂ ਨੇ ਹਮਲਾ ਕਰਵਾਇਆ ਹੈ ਅਸ਼ਵਨੀ ਸ਼ਰਮਾ ਦੇ ਉੱਤੇ, ਪੰਜਾਬ ਬੀਜੇਪੀ ਦੇ ਪ੍ਰਧਾਨ ਦੇ ਉੱਤੇ। ਨਹੀਂ ਦੇਖੋ, ਸਾਨੂੰ ਤਾਂ ਇਸ ਗੱਲ ਦੀ ਹੁਣੇ ਤੁਹਾਡੇ ਤੋਂ ਹੀ ਪਤਾ ਚੱਲਿਆ ਵੀ ਕੋਈ ਹਮਲਾ ਹੋਇਆ ਵਾ। ਪਹਿਲੀ ਗੱਲ ਤਾਂ ਉੱਤੇ ਵੀ ਇਹਨੂੰ ਇਕੱਲੇ ਇਹਨੂੰ ਪੋਲੀਟੀਸਾਈਜ਼ ਕਰਕੇ ਇਹਨੂੰ ਕਾਂਗਰਸ ਬੀਜੇਪੀ ਜਾਂ ਇਹ ਮੁੱਦਾ ਨਾ ਬਣਾਉਣ। ਪਰ ਮੈਂ ਇਹਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਵੀ ਇਹ ਮੁੱਦੇ ਤੇ ਦੁਗਾਈ ਦੇ ਵਿੱਚ ਜਾਣਾ ਚਾਹੀਦਾ। ਕਿਸੇ ਦਾ ਇੱਥੇ ਪੰਜਾਬ ਦੇ ਵਿੱਚ ਵੈਸੇ ਵੀ ਪੰਜਾਬੀਆਂ ਨੂੰ ਕਦੀ ਇੱਕ ਦੂਜੇ ਦੇ ਉੱਤੇ ਇਹੋ ਜਿਹੇ ਹਮਲੇ ਨਹੀਂ ਹੋਣੇ ਚਾਹੀਦੇ।
ਲੇਕਿਨ ਇਹਦੇ ਨਾਲ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਪ੍ਰੋਐਕਟਿਵ ਜਿਹੜੀਆਂ ਸਟੇਟਮੈਂਟ ਜਿਹੜੀਆਂ ਚੁੱਕ ਸਾਹਿਬ ਨੇ ਵੀ ਦਿੱਤੀਆਂ ਸੀਗੀਆਂ ਉਹ ਵੀ ਠੀਕ ਨਹੀਂ ਸੀ। ਜਦੋਂ ਇਹ ਕਹਿੰਦੇ ਸੀ ਕਿ ਜੇ ਸਾਡੇ ਵੱਲ ਕੋਈ ਆਊਗਾ ਤੇ ਸਟ੍ਰੈਚਰਾਂ ਤੇ ਜਾਣਗੇ। ਸੋ ਮੈਂ ਇਸ ਇਹਦੀ ਨਿੰਦਾ ਵੀ ਕਰਦਾ ਹਾਂ ਜਿਹੜਾ ਇਹ ਸਟੈਪ ਚੱਕਿਆ ਗਿਆ, ਜਿਹੜਾ ਆਪਣਾ ਕੀ ਕਹਿੰਦੇ ਅਗਰ ਕੋਈ ਯੂਥ ਕਾਂਗਰਸ ਦਾ ਵੀ ਆਗੂ ਇਹਦੇ ਵਿੱਚ ਸ਼ਾਮਲ ਹੋਊਗਾ ਤਾਂ ਅਸੀਂ ਉਹਦੇ ਤੇ ਸਖਤ ਕਾਰਵਾਈ ਵੀ ਕਰਾਂਗੇ। ਲੇਕਿਨ ਮੈਂ ਇਹਨਾਂ ਨੂੰ ਵੀ ਇਹ ਕਹਿਣਾ ਵੀ ਇਹ ਵੀ ਸਹਿਣਸ਼ੀਲਤਾ ਰੱਖਣ, ਇਹ ਵੀ ਪੰਜਾਬ ਦੇ ਮਾਹੌਲ ਨੂੰ ਸਮਝਣ ਔਰ ਇਸ ਟਾਈਮ ਦੇ ਵਿੱਚ ਇਹ ਜਿਹੜਾ ਜਿਵੇਂ ਇਹ ਆਪਣਾ ਪ੍ਰੋਪਗੈਂਡਾ ਔਰ ਜਿਸ ਤਰੀਕੇ ਨਾਲ ਆਪਾਂ ਇਹਨੂੰ ਬਿੱਲ ਨੂੰ ਆਪਾਂ ਸਿੱਧ ਕਰਨ ਵਾਸਤੇ ਆਪਾਂ ਮਤਲਬ ਇਹੋ ਜਿਹੇ ਸਟੈਪ ਚੁੱਕ ਰਹੇ ਹਾਂ, ਉਹਦੇ ਨਾਲ ਇੱਕ ਲੋਕਾਂ ਦਾ ਮਾਹੌਲ ਭੜਕ ਰਿਹਾ। ਇਹਨੂੰ ਕੋਈ ਸਿਆਸੀ ਗੱਲ ਨਾ ਸਮਝਣ। ਠੀਕ ਹੈ, ਇਹ ਸਿਆਸਤ ਸਾਡੇ ਤੋਂ ਬਹੁਤ ਸੂਝਵਾਨ ਆ, ਬੜੇ ਸਿਆਣੇ ਆ, ਇਹ ਸਿਆਸੀ ਟੈਂਪਰੇਚਰ ਨੂੰ ਵੀ ਸਮਝਦੇ ਆ, ਸਿਆਸੀ ਨਮਸ ਨੂੰ ਵੀ ਸਮਝਦੇ ਆ। ਲੇਕਿਨ ਇਸ ਟਾਈਮ ਦੇ ਵਿੱਚ ਤੁਸੀਂ ਜਿਸ ਤਰੀਕੇ ਦੀ ਤੁਹਾਡੀਆਂ ਸਟੇਟਮੈਂਟ ਸਾਰੀਆਂ ਬੀਜੇਪੀ ਦੀਆਂ, ਉਹ ਗੱਲ ਠੰਡੇ ਪਾਣ ਦੀ ਬਜਾਏ ਹੋਰ ਨੂੰ ਅੱਗ ਘਾ ਰਹੀਆਂ ਵਾ। ਔਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਦਾ ਆਪਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਵਾ ਔਰ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਵਾਂ ਅਗਰ ਕੋਈ ਇਹੋ ਜਿਹੀ ਕੋਈ ਸਟੈਪ ਕਿਸੇ ਯੂਥ ਕਾਂਗਰਸ ਵੱਲੋਂ ਚੱਕਿਆ ਜਾਵੇ ਤਾਂ ਅਸੀਂ ਸਖਤ ਕਾਰਵਾਈ ਵੀ ਕਰਾਂਗੇ। ਚੁੱਕ ਸਾਹਿਬ, ਪ੍ਰੋਪੇਗੈਂਡਾ ਦੱਸਿਆ ਜਾ ਰਿਹਾ ਬੀਜੇਪੀ ਦਾ ਇਹ ਲੱਗ ਰਿਹਾ। ਚੁੱਕ ਸਾਹਿਬ ਦੇ ਨਾਲ ਸਾਡਾ ਕੰਟੈਕਟ ਨਹੀਂ ਹੋ ਪਾ ਰਿਹਾ। ਢਿੱਲੋਂ ਸਾਹਿਬ, ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਸਮਝਣੀ ਚਾਹੁੰਦਾ ਕਿਉਂਕਿ ਇਹ ਵੀ ਇਲਜ਼ਾਮ ਲੱਗ ਰਹੇ ਨੇ, ਬੀਜੇਪੀ ਦੇ ਆਗੂ ਕਹਿ ਰਹੇ ਨੇ ਕਿ ਇਹ ਤਾਂ ਕੈਪਟਨ ਸਰਕਾਰ ਦਾ ਫੇਲੀਅਰ ਹੈ ਕਿ ਸਰਕਾਰ ਸੁਰੱਖਿਆ ਨਹੀਂ ਦੇ ਪਾ ਰਹੀ। 2 ਗੱਡੀਆਂ ਨਾਲ ਹੁੰਦੀਆਂ ਨੇ ਹਰ ਟਾਈਮ, ਜੇ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਕੋਈ ਹੋਰ ਆਮ ਸ਼ਖਸ ਜਾਂ ਬੀਜੇਪੀ ਦਾ ਕੋਈ ਛੋਟਾ ਆਗੂ ਤਾਂ ਬੜੀ ਦਿੱਕਤ ਹੋ ਜਾਏਗੀ ਉਹਨੂੰ। ਇਹਨਾਂ ਨੂੰ ਇਹ ਨਹੀਂ ਵਿਖਦਾ ਉੱਥੇ ਚਾਈਨਾ ਦੇ ਅੰਦਰ ਬਾਰਡਰ ਦੇ ਅੰਦਰ ਇੰਨੇ ਜਵਾਨ ਮਾਰਤੇ, ਉੱਥੇ ਅੰਦਰ 20-20 ਕਿਲੋਮੀਟਰ ਚਾਈਨਾ ਘੁਸਾਇਆ, ਉਹਦੀ ਇਹਨਾਂ ਨੂੰ ਕਦੀ ਸਿਕਿਉਰਿਟੀ ਦੀ ਫਿਕਰ ਨਹੀਂ ਹੋਈ। ਦੇਸ਼ ਦੀਆਂ ਸਰਹੱਦਾਂ ਇੱਥੇ ਟੱਪ ਗਏ ਆ। ਇੱਥੇ ਪੰਜਾਬ ਦੇ ਵਿੱਚ ਜੋ ਮਾਹੌਲ ਆ ਜਿਹੋ ਜਿਹੀਆਂ ਸਟੇਟਮੈਂਟਸ ਦੇ ਰਹੇ ਆ ਵਾਰ-ਵਾਰ। ਮੈਂ ਫਿਰ ਕਹਿੰਦਾ ਚੁੱਗ ਸਾਹਿਬ ਨੇ ਥੋੜੇ ਦਿਨ ਪਹਿਲੇ ਸਟੇਟਮੈਂਟ ਦਿੱਤੀ ਸੀ ਵੀ ਜੇ ਸਾਡੇ ਤੇ ਕੋਈ ਹਮਲਾ ਕਰੂਗਾ ਨਾ ਆਊਗਾ ਸਾਡੇ ਵੱਲ ਤੇ ਸਟ੍ਰੈਚਰਾਂ ਤੇ ਵਾਪਸ ਜਾਊਗਾ। ਸੋ ਤੁਸੀਂ ਅਸੀਂ ਤਾਂ ਕਦੀ ਇਹੋ ਜਿਹੀ ਪ੍ਰੋਵੋਕੇਟਿਵ ਸਟੇਟਮੈਂਟ ਦਿੰਦੇ ਨਹੀਂ ਆ, ਲੇਕਿਨ ਚੁੱਗ ਸਾਹਿਬ ਇੱਕ ਕਿਤੇ ਸੀਨੀਅਰ ਲੀਡਰ ਸੀ ਔਰ ਇਹੋ ਜਿਹੀ ਸਟੇਟਮੈਂਟ ਦੇਣੀ ਔਰ ਇਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ। ਥੋੜੇ ਦਿਨ ਪਹਿਲੇ ਉਹਨਾਂ ਨੇ ਉੱਥੇ ਹੀ ਸਾਡੇ ਇੱਕ ਯੂਥ ਕਾਂਗਰਸ ਤੇ ਆਗੂ ਤੇ ਬਲਪ੍ਰੀਤ ਰੋਜ਼ਰ ਦੇ ਉੱਤੇ ਸਿਰ ਪਾੜਿਆ ਉਹਦਾ ਮਤਲਬ ਇਹਨਾਂ ਦੇ ਵਰਕਰਾਂ ਨੇ ਉਹਦੇ ਨਾਲ ਮਾਰਕਟਾਈ ਕੀਤੀ। ਸੋ ਮੈਂ ਕਹਿੰਦਾ ਵੀ ਸਾਨੂੰ ਇਹ ਪਾਠ ਨਾ ਪੜਾਣੇ, ਆਪਣੇ ਆਪ ਦੀ ਪੀੜੀ ਥੱਲੇ ਸੋਟਾ ਮਾਰਨ ਔਰ ਆਪਣੇ ਲੋਕਾਂ ਨੂੰ ਔਰ ਆਪਣੇ ਸਟੇਟਮੈਂਟਸ ਨੂੰ ਕਾਬੂ 'ਚ ਰੱਖਣ ਔਰ ਪੰਜਾਬ ਦੇ ਮਾਹੌਲ ਨੂੰ ਸਮਝਣ। ਪੰਜਾਬ ਦੇ ਵਿੱਚ ਲੋਕੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ। ਇਹ ਇਸ ਟਾਈਮ ਆਪਣਾ ਜਿਹੜੀ ਪਾਰਟੀ ਪੋਲਿਟਿਕਸ ਔਰ ਜਿਹੜਾ ਇਹ ਬਾਹਰ ਨਿਕਲ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਥੋੜੀ ਦੇਰ ਨੂੰ ਗੰਢ ਪਾ ਲੈਣ ਔਰ ਜਦੋਂ ਤੱਕ ਲੋਕੀ ਸਮਝਦੇ ਨਹੀਂ ਆ, ਜਦ ਤੱਕ ਇਹਨਾਂ ਦੇ ਹਿਸਾਬ ਨਾਲ ਜਦ ਤੱਕ ਲੋਕਾਂ ਨੂੰ ਇਹਨਾਂ ਨੂੰ ਲੱਗਦਾ ਵੀ ਜੋ ਇਹ ਸਮਝਾਉਣਾ ਚਾਹੁੰਦੇ ਆ ਇਸ ਸਮੇਂ ਇਹਨਾਂ ਦੀ ਸਮਝਣ ਨੂੰ ਕੋਈ ਲੋਕ ਤਿਆਰ ਨਹੀਂ ਆ। ਔਰ ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਬਾਤ ਸਾਨੂੰ ਬਲੀਵ ਕਰਦਾ ਹੀ ਇਹ ਕਹਿੰਦੇ ਲੋਕਾਂ ਦਾ ਗੁੱਸਾ ਵਾ, ਲੋਕਾਂ ਦਾ ਗੁੱਸਾ ਇਹਨਾਂ ਤੇ ਨਿਕਲਣਾ ਵਾ। ਨਹੀਂ, ਚੁੱਕ ਸਾਹਿਬ ਤਾਂ ਇੱਥੋਂ ਤੱਕ ਕਹਿ ਗਏ, ਕਹਿੰਦੇ ਤਾਂ ਧੱਕਾ ਹੋ ਰਿਹਾ ਸ਼ਰੇਆਮ। ਅੰਮ੍ਰਿਤਸਰ ਦੇ ਵਿੱਚ ਕੋਈ ਹਮਲਾ ਹੋਇਆ, ਉਹਨਾਂ ਦੇ ਦਫ਼ਤਰ ਦੇ ਉੱਤੇ ਤਾਲਾ ਲਗਾਤਾ, ਲੁਧਿਆਣਾ ਦੇ ਵਿੱਚ ਹੋਇਆ, ਉੱਥੇ ਯੂਥ ਕਾਂਗਰਸ ਨੇ ਹਮਲਾ ਕੀਤਾ ਤੇ ਪਰਚੇ ਸਾਡੇ ਤੇ ਦਰਜ ਕਰਤੇ, ਬੀਜੇਪੀ ਦੇ ਉੱਤੇ ਇੱਕ ਵੀ ਪਰਚਾ ਨਹੀਂ ਜਿਹੜੇ ਯੂਥ ਕਾਂਗਰਸ ਦੀ ਸੀ ਉਹਨਾਂ ਦੇ ਉੱਤੇ ਕਿਸੇ ਤੇ ਲਾਗੂ ਹੋਇਆ, ਉਹਨਾਂ ਦੇ ਉੱਤੇ ਕੁਝ ਨਹੀਂ ਦਰਜ ਹੋਇਆ ਕਿ ਧੱਕਾ ਕਰ ਰਹੀ ਹੈ ਸਰਕਾਰ। ਇਹ ਹਰ ਹੱਥਕੰਡੇ ਅਪਣਾ ਰਹੇ ਆ, ਹਰ ਚੀਜ਼ ਅਪਣਾ ਰਹੇ ਆ ਵੀ ਆਪਣੇ ਆਪ ਨੂੰ ਇਸ ਚੀਜ਼ ਵਿੱਚੋਂ ਬਾਹਰ ਕੱਢਣ ਵਾਸਤੇ। ਲੇਕਿਨ ਤੁਸੀਂ ਲੋਕਾਂ ਦੇ ਵਿੱਚ ਇਹਨਾਂ ਦੇ ਲੀਡਰ ਜਿਹੜੇ ਆ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕਰਕੇ ਵਾਪਸ ਚਲੇ ਜਾਂਦੇ ਆ। ਇਸ ਗੱਲ ਤੇ ਅੰਦਾਜ਼ਾ ਲਾ ਲਓ ਵੀ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਲੋਕਾਂ ਨੇ ਪਿੰਡਾਂ 'ਚ ਵੜਨ ਨਹੀਂ ਦੇਣਾ ਸੀਗਾ। ਇਹ ਯੂਥ ਕਾਂਗਰਸ ਔਰ ਕਿਸੇ ਸਿਆਸੀ ਪਾਰਟੀਆਂ ਦੀ ਗੱਲ ਨਾ ਕਰਨ। ਇਸ ਟਾਈਮ ਆਮ ਕਿਸਾਨ ਜਿਹੜਾ ਵਾ ਸੜਕਾਂ ਤੇ ਬੈਠਾ, ਤਪਿਆ ਬੈਠਾ, ਅੱਕਿਆ ਬੈਠਾ, ਜੋ ਇਹਨਾਂ ਨੂੰ ਵੇਖਣਾ ਬਰਦਾਸ਼ਤ ਨਹੀਂ ਕਰਦੇ। ਤੁਸੀਂ ਵੇਖੋ ਮੋਦੀ ਸਾਹਿਬ ਦੇ ਪੁਤਲਿਆਂ ਦੇ ਉੱਤੇ ਕਿਸ ਤਰੀਕੇ ਨਾਲ ਲੋਕੀ ਜੁੱਤੀਆਂ ਮਾਰ ਰਹੇ ਆ, ਕਹਿਣ ਲੋਕ ਨਿੰਦਣਯੋਗ ਗੱਲਾਂ ਵਾ ਦੇ ਪ੍ਰਧਾਨ ਮੰਤਰੀ ਨਾਲ ਇਹੋ ਜਿਹਾ ਆਪਣਾ ਉਹ ਸਭ ਕੁਝ ਹੋ ਰਿਹਾ। ਲੇਕਿਨ ਇਹ ਕਰਨ ਕਿ ਲੋਕੀ ਮਜਬੂਰ ਆ। ਲੋਕੀ ਅੱਜ ਦੇ ਸਮੇਂ 'ਚ ਹੱਥਾਂ ਪੈਰਾਂ ਦੀ ਪਈ ਹੋਈ ਹੈ। ਲੋਕਾਂ ਨੂੰ ਸਾਡੀ ਰੋਟੀ ਖੋਲੀ, ਸਾਡੀ ਜ਼ਮੀਨ ਖੋਲੀ ਔਰ ਅੱਜ ਵੀ ਇਹ ਸਾਡੇ ਤੋਂ ਸਹਾਨੂਭੂਤੀ ਦੀ ਆਪਣਾ ਉਹ ਕਰਨ ਤੇ ਮਾੜੀ ਗੱਲ। ਮੈਂ ਕਹਿੰਦਾ ਯੂਥ ਕਾਂਗਰਸ ਇਹੋ ਜਿਹੇ ਕੰਮਾਂ 'ਚ ਇਨਵੋਲਵ ਨਹੀਂ ਔਰ ਨਾ ਕਦੀ ਹੋਊਗੀ। ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤੇ ਯੂਥ ਕਾਂਗਰਸ ਨੂੰ ਲੈ ਕੇ ਯੂਥ ਕਾਂਗਰਸ ਦੇ ਪ੍ਰਧਾਨ ਕਹਿ ਰਹੇ ਨੇ ਕਿ ਯੂਥ ਕਾਂਗਰਸ ਦਾ ਕੋਈ ਆਗੂ ਇਸ ਦੇ ਵਿੱਚ ਸ਼ਾਮਲ ਨਹੀਂ ਸੀ ਜੋ ਬੀਜੇਪੀ ਇਲਜ਼ਾਮ ਲਗਾ ਰਹੀ ਹੈ। ਤੇ ਨਾਲ ਹੀ ਢਿੱਲੋਂ ਸਾਹਿਬ ਨੇ ਵੀ ਕਹਿ ਦਿੱਤਾ ਕਿ ਜੇਕਰ ਕੋਈ ਅਜਿਹਾ ਤੱਥ ਵੀ ਸਾਹਮਣੇ ਆਇਆ ਤਾਂ ਅਸੀਂ ਉਸ ਦੇ ਖਿਲਾਫ ਵੀ ਕਾਰਵਾਈ ਕਰਾਂਗੇ। ਅਜਿਹਾ ਨਹੀਂ ਹੋਣਾ ਚਾਹੀਦਾ। ਖੈਰ, ਜੋ ਲਗਾਤਾਰ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਵਿਰੋਧ ਕਰਨ ਦਾ ਹੱਕ ਹਰ ਕਿਸੇ ਨੂੰ ਹੁੰਦਾ ਕਿ ਅਸੀਂ ਵਿਰੋਧ ਕਰੀਏ ਕਿ ਸਾਨੂੰ ਕੋਈ ਚੀਜ਼ ਪਸੰਦ ਹੈ ਜਾਂ ਨਹੀਂ ਪਸੰਦ ਹੈਗੀ ਹੈ। ਪਰ ਇਸ ਵਿਚਾਲੇ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੀਏ ਕਿ ਵਿਰੋਧ ਪ੍ਰਦਰਸ਼ਨ ਦਾ ਹੱਕ ਉਸ ਵੇਲੇ ਤੱਕ ਹੀ ਹੈ ਜਦੋਂ ਇਹ ਹਿੰਸਕ ਨਾ ਹੋਵੇ। ਜੇਕਰ ਹਿੰਸਕ ਹੁੰਦਾ ਫਿਰ ਇਸ ਦੇ ਉੱਤੇ ਕਿੰਤੂ ਪਰੰਤੂ ਹੈ। ਇਹ ਕਿਸੇ ਤਰੀਕੇ ਨਾਲ ਕੋਈ ਇਜਾਜ਼ਤ ਨਹੀਂ ਮਿਲ ਸਕਦੀ ਕਿ ਤੁਸੀਂ ਕਿਸ ਦੀ ਗੱਡੀ ਭੰਨੋ, ਕਿਸ ਦੇ ਉੱਤੇ ਹਮਲਾ ਕਰ ਦੋ। ਤਾਂ ਨਿਖੇਧੀ ਕਾਂਗਰਸ ਦੇ ਆਗੂ ਵੀ ਇਸ ਦੀ ਕਰ ਰਹੇ ਨੇ। ਤੇ ਇਸ ਸਮੇਂ ਜੋ ਲਗਾਤਾਰ ਅਸੀਂ ਪਿਛਲੇ ਕੁਝ ਦਿਨਾਂ ਤੋਂ ਜ਼ਿਕਰ ਕਰ ਰਹੇ ਹਾਂ, ਪਿਛਲੇ 15-20 ਦਿਨਾਂ ਤੋਂ, ਕਿ ਜ਼ਰੂਰਤ ਹੈ ਇਸ ਸਮੇਂ ਕਿਸਾਨ ਆਗੂਆਂ ਨੂੰ, ਉਹਨਾਂ ਨੌਜਵਾਨਾਂ ਨੂੰ ਜੋ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਤਰੇ ਨੇ, ਇਸ ਚੀਜ਼ ਨੂੰ ਸਮਝਣ ਦੀ
कि छोटी ਜਿਹੀ ਗਲਤੀ ਕਈ ਵਾਰ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਾਂ ਭਾਰੀ ਪੈ ਜਾਂਦੀ ਹੈ। ਉਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ। ਕੁਝ ਸ਼ਰਾਰਤੀ ਅੰਸਰ ਭੀੜ ਦੇ ਵਿੱਚ ਹੁੰਦੇ ਨੇ, ਉਹ ਵੀ ਧਿਆਨ ਰੱਖਿਆ ਜਾਵੇ। ਤੁਹਾਨੂੰ ਸੁਣਾਉਂਦੇ ਆ ਇਸ ਹਮਲੇ ਤੋਂ ਬਾਅਦ ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ ਕੀ ਕੁਝ ਕਹਿ ਰਹੇ ਨੇ। ਨਿਊਜ਼ 18 ਦੇ ਨਾਲ ਉਹਨਾਂ ਨੇ ਐਕਸਕਲੂਸਿਵ ਗੱਲਬਾਤ ਕੀਤੀ ਹੈ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਖਾਣਾ ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦੇ ਮੈਂ ਮਗਰ ਲੱਗਦਾ ਕਿ ਸੁਭਾਵਿਕ ਕਿਉਂ ਨਹੀਂ ਹੈ। ਉਹਨਾਂ ਨੇ ਉਹ ਟੋਲ ਪਲਾਜ਼ਾ ਤੇ ਬੈਠੇ ਹੋਏ ਲੋਕਾਂ ਦਾ ਆਪਸ 'ਚ ਗੱਡੀ ਦੇ ਆਪਸ ਟੈਲੀਫੋਨਿਕਲੀ ਕੋਈ ਸੰਪਰਕ ਹੋਇਆ ਨਹੀਂ ਤੇ ਕਿਸੇ ਨੂੰ ਪਤਾ ਲੱਗਾ ਕਿ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਜਿੰਨੀ ਦੇਰ 'ਚ ਜਿਹੜੇ ਉਹ ਧਰਨੇ ਤੇ ਬੈਠੇ ਹੁੰਦੇ ਆ ਉੱਠ ਕੇ ਆਉਂਦੇ ਨੇ ਉਨੀ ਦੇਰ ਗੱਡੀਆਂ ਨਿਕਲ ਜਾਂਦੀਆਂ। ਲੇਕਿਨ ਉਹ ਮੇਰੀ ਗੱਡੀ ਦੇ ਬਿਲਕੁਲ ਸਾਹਮਣੇ ਟੋਲ ਪਲਾਜ਼ਾ ਦੇ ਉਸ ਰੋਡ 'ਚ ਆਏ ਜਿੱਥੋਂ VIP ਨਿਕਲਦਾ, ਉੱਥੇ ਉਹ ਸਾਹਮਣੇ ਖੜੇ ਸੀ ਔਰ ਆਂਦੇ ਹੀ ਉਹਨਾਂ ਨੇ ਤਾਬ ਨਹੀਂ ਦੇਖਿਆ। ਮੁਰਦਾਬਾਦ ਨਹੀਂ ਜਿੰਦਾਬਾਦ ਤੇ ਲੋਕਤੰਤਰ 'ਚ ਅਧਿਕਾਰ ਹੈ। ਪਰ ਮੈਨੂੰ ਐਸਾ ਲੱਗਦਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਦੇ ਅੰਦੋਲਨ ਨੂੰ ਤਾਰ-ਪੀਟੋ ਕਰਨ ਲਈ ਕੀਤਾ ਗਿਆ ਔਰ ਬੈਟ ਸੀ ਪੱਥਰ ਗੱਡੀ ਦੇ ਉੱਤੇ ਉਹਨਾਂ ਨੇ ਮਾਰਨਾ ਸ਼ੁਰੂ ਕੀਤੇ। ਮੇਰੇ ਸ਼ੀਸ਼ੇ ਜੁੜੇ ਟੁੱਟੇ ਨੇ ਪਰ ਮੇਰੇ ਗਨਮੈਨਾਂ ਦੀ ਬੜੀ ਬਹਾਦਰੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਗੱਡੀ ਕੱਢੀ ਹੈ, ਉਸ ਤੋਂ ਬਾਅਦ ਉਹ ਆਪੇ ਉੱਥੋਂ ਨਿਕਲ ਕੇ ਆਏ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਖਾਣਾ ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦੇ ਮੈਂ ਮਗਰ ਲੱਗਦਾ ਕਿ ਸੁਭਾਵਿਕ ਕਿਉਂ ਨਹੀਂ ਹੈ। ਉਹਨਾਂ ਨੇ ਉਹ ਟੋਲ ਪਲਾਜ਼ਾ ਤੇ ਬੈਠੇ ਹੋਏ ਲੋਕਾਂ ਦਾ ਆਪਸ 'ਚ ਗੱਡੀ ਦੇ ਆਪਸ ਟੈਲੀਫੋਨਿਕਲੀ ਕੋਈ ਸੰਪਰਕ ਹੋਇਆ ਨਹੀਂ ਤੇ ਕਿਸੇ ਨੂੰ ਪਤਾ ਲੱਗਾ ਕਿ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਜਿੰਨੀ ਦੇਰ 'ਚ ਜਿਹੜੇ ਉਹ ਧਰਨੇ ਤੇ ਬੈਠੇ ਹੁੰਦੇ ਆ ਉੱਠ ਕੇ ਆਉਂਦੇ ਨੇ ਉਨੀ ਦੇਰ ਗੱਡੀਆਂ ਨਿਕਲ ਜਾਂਦੀਆਂ। ਲੇਕਿਨ ਉਹ ਮੇਰੀ ਗੱਡੀ ਦੇ ਬਿਲਕੁਲ ਸਾਹਮਣੇ ਟੋਲ ਪਲਾਜ਼ਾ ਦੇ ਉਸ ਰੋਡ 'ਚ ਆਏ ਜਿੱਥੋਂ VIP ਨਿਕਲਦਾ, ਉੱਥੇ ਉਹ ਸਾਹਮਣੇ ਖੜੇ ਸੀ ਔਰ ਆਂਦੇ ਹੀ ਉਹਨਾਂ ਨੇ ਤਾਬ ਨਹੀਂ ਦੇਖਿਆ। ਮੁਰਦਾਬਾਦ ਨਹੀਂ ਜਿੰਦਾਬਾਦ ਤੇ ਲੋਕਤੰਤਰ 'ਚ ਅਧਿਕਾਰ ਹੈ। ਪਰ ਮੈਨੂੰ ਐਸਾ ਲੱਗਦਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਦੇ ਅੰਦੋਲਨ ਨੂੰ ਤਾਰ-ਪੀਟੋ ਕਰਨ ਲਈ ਕੀਤਾ ਗਿਆ ਔਰ ਬੈਟ ਸੀ ਪੱਥਰ ਗੱਡੀ ਦੇ ਉੱਤੇ ਉਹਨਾਂ ਨੇ ਮਾਰਨਾ ਸ਼ੁਰੂ ਕੀਤੇ। ਮੇਰੇ ਸ਼ੀਸ਼ੇ ਜੁੜੇ ਟੁੱਟੇ ਨੇ ਪਰ ਮੇਰੇ ਗਨਮੈਨਾਂ ਦੀ ਬੜੀ ਬਹਾਦਰੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਮੇਰੀ ਗੱਡੀ ਕੱਢੀ ਹੈ, ਉਸ ਤੋਂ ਬਾਅਦ ਉਹ ਆਪੇ ਉੱਥੋਂ ਨਿਕਲ ਕੇ ਆਏ। ਮੈਨੂੰ ਐਸਾ ਲੱਗਾ ਕਿ ਜਲੰਧਰ ਬਾਈਪਾਸ ਦੇ ਪਿੱਛੋਂ ਕੋਈ ਲੋਕ ਖਾਣਾ ਮੈਨੂੰ ਲੱਗ ਰਿਹਾ ਸੀ ਕਿ ਮਗਰ ਜਾਂਦੇ ਮੈਂ ਤਾਂ ਅਸ਼ਵਨੀ ਸ਼ਰਮਾ ਕੀ ਕਹਿ ਰਹੇ ਨੇ ਅਸੀਂ ਤੁਹਾਨੂੰ ਇੱਕ ਵਾਰੀ ਜ਼ਰੂਰ ਦੱਸਣ ਦੀ ਅਸੀਂ ਸੁਣਵਾਇਆ ਵੀ ਹੈ ਤੁਹਾਨੂੰ ਤੇ ਉਹਨਾਂ ਦੇ ਅਲਫਾਜ਼ ਜੋ ਨੇ ਉਹ ਪੂਰਾ ਘਟਨਾਕ੍ਰਮ ਬਿਆਨ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਜਲੰਧਰ ਬਾਈਪਾਸ ਤੋਂ ਉਹਨਾਂ ਦੇ ਪਿੱਛੇ ਉਹਨਾਂ ਦੇ ਕਾਫਲੇ ਦੇ ਪਿੱਛੇ 2 ਗੱਡੀਆਂ ਸੀ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਆਮ ਤੌਰ ਤੇ ਜਿਵੇਂ ਅਸੀਂ ਟ੍ਰੈਫਿਕ ਦੇ ਵਿੱਚ ਜਾਂਦੇ ਹਾਂ ਕੁਝ ਲੋਕ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਹੋ ਰਹੇ ਹੁੰਦੇ ਨੇ ਤਾਂ ਉਸ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਸੇਮ ਗੱਲ ਸੀ ਕਿ ਪਿੱਛੇ 2 ਗੱਡੀਆਂ ਨੇ। ਪਰ ਜਿਵੇਂ ਟੋਲ ਪਲਾਜ਼ਾ ਦੇ ਉੱਤੇ ਪਹੁੰਚਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਤੌਰ ਤੇ ਟੋਲ ਪਲਾਜ਼ਾ ਜਿੱਥੋਂ VIP ਗੱਡੀਆਂ ਨਿਕਲਦੀਆਂ ਨੇ ਉੱਥੇ ਪ੍ਰਦਰਸ਼ਨਕਾਰੀ ਨਹੀਂ ਹੁੰਦੇ, ਉਹ ਦੂਰ ਬੈਠੇ ਰਹਿੰਦੇ ਨੇ ਤੇ ਉੱਥੋਂ ਪੂਰਾ ਟ੍ਰੈਫਿਕ ਨਿਕਲਦਾ ਰਹਿੰਦਾ ਕਿਉਂਕਿ ਆਮ ਲੋਕਾਂ ਨੂੰ ਕਿਸਾਨਾਂ ਦੇ ਵੱਲੋਂ ਰੋਕਿਆ ਨਹੀਂ ਜਾ ਰਿਹਾ। ਪਰ ਅਸ਼ਵਨੀ ਸ਼ਰਮਾ ਕਹਿੰਦੇ ਨੇ ਕਿ ਜਦੋਂ ਉਹਨਾਂ ਦੀ ਗੱਡੀ ਟੋਲ ਪਲਾਜ਼ਾ ਨੇੜੇ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਜਿਹੜੇ ਲੋਕ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਖੜੇ ਹੋ ਗਏ ਜਿਵੇਂ ਕਿ ਉਹਨਾਂ ਨੂੰ ਪਤਾ ਸੀ ਕਿ ਇਸ ਗੱਡੀ ਦੇ ਵਿੱਚ ਅਸ਼ਵਨੀ ਸ਼ਰਮਾ ਆ ਰਹੇ ਨੇ। ਅਸ਼ਵਨੀ ਸ਼ਰਮਾ ਇਹ ਵੀ ਖਦਸ਼ਾ ਜਤਾਉਂਦੇ ਨਜ਼ਰ ਆਏ ਕਿ ਜਿਹੜੀਆਂ ਪਿੱਛੇ 2 ਗੱਡੀਆਂ ਆ ਰਹੀਆਂ ਸੀ ਉਹਨਾਂ ਦੇ ਵੱਲੋਂ ਹੀ ਇਤਲਾਹ ਦਿੱਤੀ ਗਈ ਧਰਨੇ ਦੇ ਉੱਤੇ ਬੈਠੇ ਲੋਕਾਂ ਨੂੰ ਕਿ ਅਸ਼ਵਨੀ ਸ਼ਰਮਾ ਦੀ ਗੱਡੀ ਪਹੁੰਚ ਰਹੀ ਹੈ ਤੇ ਉਹ ਟੋਲ ਪਲਾਜ਼ਾ ਨੇੜੇ ਪਹੁੰਚ ਗਈ ਹੈ। ਹੋ ਸਕਦਾ ਇਸ ਤਰੀਕੇ ਦੇ ਨਾਲ ਹੋਵੇ ਤੇ ਪੂਰਾ ਘਟਨਾਕ੍ਰਮ ਵਾਪਰਿਆ। ਇਸ ਸਮੇਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਫੋਨ ਲਾਈਨ ਦੇ ਉੱਤੇ ਦਲਜੀਤ ਚੀਮਾ ਜੀ ਜੁੜ ਰਹੇ ਨੇ। ਚੀਮਾ ਸਾਹਿਬ, ਤੁਹਾਡਾ ਫਰਸਟ ਰਿਐਕਸ਼ਨ ਬੀਜੇਪੀ ਦੇ ਪੰਜਾਬ ਪ੍ਰਧਾਨ ਦੇ ਉੱਤੇ ਹਮਲਾ ਹੋਇਆ ਹੈ, ਗੱਡੀ ਦੀ ਹਾਲਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਲਈ ਹੋਏਗੀ। ਦੇਖੋ, ਮੈਂ ਸਮਝਦਾ ਕਿ ਅਫਸੋਸਨਾਕ ਗੱਲ ਹੈ। ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਕਰਨ ਦਾ ਸਾਰਿਆਂ ਨੂੰ ਜ਼ਰੂਰ ਹੱਕ ਹੈ, ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਮਨ ਸ਼ਾਂਤੀ ਜਿਹੜੀ ਹੈ ਉਹ ਸਾਰਿਆਂ ਨੂੰ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹਿੰਸਕ ਕਾਰਵਾਈਆਂ ਨੇ ਇਹ ਕਿਤੇ ਨਾ ਕਿਤੇ ਐਜੀਟੇਸ਼ਨ ਨੂੰ ਹਮੇਸ਼ਾ ਕਮਜ਼ੋਰ ਕਰਦੀਆਂ ਨੇ ਔਰ ਇਹੋ ਜਿਹੇ ਜਿਹੜੇ ਐਡੇ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦਾ ਐਜੀਟੇਸ਼ਨ ਪਹੁੰਚਿਆ ਹੈ ਜਿਹਦੇ ਕਰਕੇ ਲੋਕਾਂ ਦੀ ਹਮਦਰਦੀ ਵੀ ਹੈ ਸਾਰਿਆਂ ਦੀ ਉਹਨਾਂ ਦੇ ਨਾਲ। ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਬੜੇ ਜ਼ਿੰਮੇਵਾਰ ਸੱਜਣ ਨੇ ਆਪ ਧਿਆਨ ਰੱਖਣਾ ਚਾਹੀਦਾ ਕਿ ਇਹਨਾਂ ਹਾਲਾਤਾਂ ਨੂੰ ਕੋਈ ਗਲਤ ਤਰੀਕੇ ਨਾਲ ਵਰਤ ਜਾਵੇ ਜੀ, ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਉਹ ਅਸਲੀ ਟਾਰਗੇਟ ਜਿਹੜਾ ਹੁੰਦਾ ਜਿਹੜੀ ਤੁਸੀਂ ਪ੍ਰਾਪਤੀ ਕਰਨੀ ਹੈ ਜੀ ਉਹ ਪਿੱਛੇ ਰਹਿ ਜਾਂਦਾ ਹੈ ਤੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਕਈ ਵਾਰੀ ਡੋਮੀਨੇਟ ਕਰ ਦਿੰਦੀਆਂ। ਇਸ ਕਰਕੇ ਅਸੀਂ ਤਾਂ ਹਮਦਰਦੀ ਹੈ ਸਾਡੀ ਕਿਸਾਨਾਂ ਦੇ ਨਾਲ ਕਿ ਉਹਨਾਂ ਦਾ ਮਸਲਾ ਹੱਲ ਹੋਵੇ। ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਜਿੱਦ ਨਾ ਕਰਨ, ਛੇਤੀ ਕਿਸਾਨਾਂ ਨਾਲ ਗੱਲ ਕਰਨ। ਸੂਬੇ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਆਪਣੀ ਜ਼ਿੰਮੇਵਾਰੀ ਨਿਭਾਏ, ਤਮਾਸ਼ਾ ਨਾ ਦੇਖੇ। ਸਾਰੀਆਂ ਧਿਰਾਂ ਨੂੰ ਬਿਠਾ ਕੇ ਤੇ ਇਹ ਮਸਲਾ ਜਿਹੜਾ ਕਿਸਾਨਾਂ ਦਾ ਇਹ ਹੱਲ ਕਰਨਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਕੋਈ ਅਨਸਕਾਵੀ ਘਟਨਾ ਵਾਪਰ ਜਾਵੇ ਤਾਂ ਬਾਅਦ ਦੇ ਵਿੱਚ ਪਛਤਾਉਣ ਨਾਲੋਂ ਪ੍ਰੋਪਰ ਪ੍ਰੀਕਾਸ਼ਨ ਜਿਹੜੀਆਂ ਉਹ ਲੈਣੀਆਂ ਜ਼ਰੂਰੀ। ਚੀਮਾ ਸਾਹਿਬ, ਬੀਜੇਪੀ ਦੇ ਕਈ ਆਗੂ ਸਾਡੇ ਨਾਲ ਜੁੜੇ, ਉਹ ਕਹਿ ਰਹੇ ਨੇ ਕਿ ਇਹ ਤਾਂ ਕਿਸਾਨਾਂ ਨੇ ਨਹੀਂ, ਇਹ ਪੋਲੀਟੀਕਲ ਹਮਲਾ ਸੀ,
ਇਹ ਪੰਜਾਬ ਯੂਥ ਕਾਂਗਰਸ ਦੇ ਆਗੂਆਂ ਨੇ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਇਹ ਕੋਸ਼ਿਸ਼ ਕਰ ਚੁੱਕੇ ਨੇ। ਤਰਨ ਚੁਗ ਨੇ ਕਿਹਾ ਕਿ ਮੇਰੇ ਉੱਤੇ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਅੱਜ ਇਹ ਪੂਰਾ ਪ੍ਰੀ ਪਲਾਨ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਹਮਲਾ ਕੀਤਾ ਗਿਆ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਪੋਲੀਟੀਕਲ ਮੁੱਦਾ ਬਣ ਰਿਹਾ ਹੈ ਜਾਂ ਫਿਰ ਪੋਲੀਟੀਕਲ ਐਂਗਲ ਇਸ ਦੇ ਵਿੱਚ ਕੋਈ ਹੋ ਸਕਦਾ ਹੈ? ਹਲੇ ਜਲਦਬਾਜ਼ੀ ਚ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਤਾਂ ਮੌਕੇ ਦੇ ਉੱਤੇ ਹੁਣ ਸਾਰੀ ਜਾਂਚ ਕਰਕੇ ਪਤਾ ਲੱਗ ਸਕਦਾ ਵੀ ਕੌਣ ਸੀ, ਕਿਉਂ ਹਮਲਾ ਹੋਇਆ। ਲੇਕਿਨ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਕਿ ਸਾਰੀਆਂ ਧਿਰਾਂ ਨੂੰ ਜਿਹੜੀ ਸ਼ਾਂਤੀ ਤੋਂ ਕੰਮ ਲੈਣਾ ਚਾਹੀਦਾ, ਕਿਉਂਕਿ ਡਿਫਰੈਂਸਿਸ ਹੁੰਦੇ ਆ, ਮੰਗਾਂ ਵੀ ਜਾਇਜ਼ ਆ, ਲੇਕਿਨ ਮਿਲ ਬੈਠ ਕੇ ਜਿਹੜੀ ਟੇਬਲ ਦੇ ਉੱਤੇ ਗੱਲ ਹੋ ਕੇ ਮਸਲੇ ਹੱਲ ਹੁੰਦੇ ਆ। ਇਸ ਤਰੀਕੇ ਦੀ ਅੰਸ਼ਕਾ ਵੀ ਘਟਨਾ ਨਾ ਆਵੇ, ਇਹਦੇ ਵਾਸਤੇ ਮੈਂ ਅਰਦਾਸ ਵੀ ਕਰਦਾ। ਅੱਛਾ ਹੋਇਆ ਕਿ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਕੋਈ ਨੁਕਸਾਨ ਨਹੀਂ ਹੋਇਆ, ਲੇਕਿਨ ਇਹ ਜਿਹੜੀਆਂ ਘਟਨਾਵਾਂ ਨੇ ਇਹ ਚਿੰਤਾਜਨਕ। ਸ਼ੁਕਰੀਆ ਚੀਮਾ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਜੁੜ ਰਹੇ ਨੇ ਸਰਵਨ ਸਿੰਘ ਪੰਧੇੜ ਜੀ, ਜਨਰਲ ਸਕੱਤਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ। ਪੰਧੇੜ ਸਾਹਿਬ, ਫਸਟ ਰਿਐਕਸ਼ਨ ਜਿਸ ਦਾ ਡਰ ਹੈ ਉਹੀ ਚੀਜ਼ਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਅਸੀਂ ਲਗਾਤਾਰ ਜ਼ਿਕਰ ਕਰਦੇ ਹਾਂ ਕਿ ਸ਼ਰਾਰਤੀ ਅੰਸਰ ਹੁੰਦੇ ਨੇ ਭੀੜ ਦੇ ਵਿੱਚ, ਸਾਨੂੰ ਧਿਆਨ ਰੱਖਣਾ ਹੋਏਗਾ। ਹਮਲਾ ਹੋਇਆ ਪੰਜਾਬ ਬੀਜੇਪੀ ਦੇ ਪ੍ਰਧਾਨ ਦੇ ਉੱਤੇ, ਗੱਡੀ ਭੰਨ ਦਿੱਤੀ ਗਈ, ਵਾਲ-ਵਾਲ ਬਚੇ ਨੇ, ਤੁਹਾਡਾ ਰਿਐਕਸ਼ਨ? ਵੇਖੋ ਜੀ, ਅਸੀਂ ਪਹਿਲੋਂ ਵੀ ਚਿੰਤਾ ਜ਼ਾਹਰ ਕੀਤੀ ਸੀ ਵੀ ਜਦੋਂ ਆਪਣੇ ਕੁਝ ਸਿਆਸੀਕਰਨ ਹੋਊਗਾ ਅੰਦੋਲਨ ਦਾ, ਜਾਂ ਭਾਰਤ ਦੀਆਂ ਏਜੰਸੀਆਂ ਕੁਝ ਅਜਿਹਾ ਕਰਵਾ ਸਕਦੀਆਂ ਵੀ ਕਿਸਾਨ ਮਜ਼ਦੂਰ ਲਹਿਰ ਨੂੰ ਨੁਕਸਾਨ ਪਹੁੰਚੇ। ਤੇ ਇਹ ਵੇਖੋ, ਕੋਈ ਜਥੇਬੰਦੀ ਅੱਜ ਤੋਂ 20 ਸਾਲ ਲੜਦੇ ਆ, ਕਦੇ ਫੁੱਲ ਤੱਕ ਨਹੀਂ ਤੋੜਿਆ ਸਰਕਾਰ ਦਾ। ਕਦੀ ਵੀ ਕਿਸਾਨ ਮਜ਼ਦੂਰ ਦੇ ਆਗੂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਉਮਰਾਂ ਲਾਈਆਂ ਆਪਣੀ ਜ਼ਿੰਦਗੀ ਦੀਆਂ ਜੀ, ਇਸ ਕਿਸਮ ਦਾ ਕਦੀ ਵੀ ਨਾ ਹੁੰਦਾ। ਕਹਿੰਦਾ ਅਸ਼ਵਨੀ ਸ਼ਰਮਾ ਸਾਡੇ ਕਿਤੇ ਪਤਾ ਲੱਗ ਜਾਂਦਾ, ਅਸੀਂ ਉਹਨਾਂ ਦਾ ਘਰਾਓ ਕਰਦੇ, ਨਾਅਰੇਬਾਜ਼ੀ ਕਰਦੇ, ਸਾਡਾ ਹੱਕ ਆ। ਸਰਕਾਰ ਧੱਕੇ ਨਾ ਕੱਢ ਕੇ ਲਾਈਦੀ, ਪਰ ਕਿਸੇ ਵਿਅਕਤੀ ਨਾਲ ਨਿੱਜੀ ਵੈਰ ਨਹੀਂ ਹੈਗਾ। ਭਾਜਪਾ ਦੀਆਂ ਨੀਤੀਆਂ ਨਾਲ ਰੌਲਾ ਵਾ, ਉਹਦੇ ਫੈਸਲਿਆਂ ਦਾ ਵਿਰੋਧ ਕਰਦੇ ਆ। ਨਹੀਂ, ਪੰਧੇੜ ਸਾਹਿਬ ਇਸ ਹਮਲੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਲਜ਼ਾਮ ਤਾਂ ਕਿਸਾਨਾਂ ਦੇ ਉੱਤੇ ਲੱਗ ਰਿਹਾ ਕਿ ਜਿਹੜੇ ਧਰਨੇ ਪ੍ਰਦਰਸ਼ਨ ਕਿਸਾਨ ਕਰ ਰਹੇ ਸੀ ਉਹਨਾਂ ਨੇ ਹਮਲਾ ਕੀਤਾ। ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਗੱਲ ਹੈ। ਨਹੀਂ, ਫਿਰ ਉੱਥੇ ਕੋਈ ਹੋਰ ਲੋਕ ਸੀ ਅੰਸਰ ਸ਼ਰਾਰਤੀ, ਬਿਲਕੁਲ ਮੈਨੂੰ ਨਹੀਂ ਸਮਝ ਆਉਂਦਾ ਵੀ ਕਦੀ ਇਸ ਤਰ੍ਹਾਂ ਦਾ ਕੰਮ ਹੋਊਗਾ। ਇਹੀ ਅਸੀਂ ਕਹਿੰਦੇ ਸੀ ਵੀ ਸਿਆਸੀ ਕਰਨਾ ਹੈ ਅੰਦੋਲਨਾਂ ਦਾ ਜੀ, ਅਸੀਂ ਜਿੱਥੋਂ ਡਰਦੇ ਸੀ। ਜੇ ਤੁਸੀਂ ਮੇਰੀ ਬਾਈਟਾਂ ਵੇਖੋ, ਮੈਂ ਲਗਾਤਾਰ ਬੋਲਦਾ ਰਿਹਾ ਵੀ ਆਪਣੇ ਅੰਦੋਲਨਾਂ ਵਿੱਚ ਕੁਝ ਬੈਠ ਹੋ ਸਕਦੀ ਆ, ਤੇ ਇਹਨੂੰ ਅਸੀਂ ਚੰਗੀ ਮੈਂ ਤਾਂ ਫਿਰ ਕਹਿੰਦਾ ਵੀ ਵਿਅਕਤੀਗਤੀ ਕਿਸੇ ਪਾਰਟੀ ਨਾਲ ਕੋਈ ਰੌਲਾ ਥੋੜਾ, ਸਾਡੇ ਨਿੱਜੀ ਵੈਰ ਥੋੜੇ ਆ ਜੀ। ਸਵਾਲ ਹੈਗਾ ਨੀਤੀਆਂ ਦਾ ਵਿਰੋਧ ਕਰਦੇ ਆ, ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰਦੇ ਆ, ਜੋ ਡੈਮੋਕ੍ਰੇਸੀ ਚ ਹੱਕ ਆ। ਤਿੱਖੇ ਤੋਂ ਤਿੱਖੇ ਅੰਦੋਲਨ ਲੜਾਂਗੇ, ਸਰਕਾਰ ਜਿਵੇਂ ਮਰਜ਼ੀ, ਪਰ ਇਸ ਕਿਸਮ ਦਾ ਮਨਸ਼ਾ ਕਦੇ ਵੀ ਕਿਸਾਨ ਮਜ਼ਦੂਰ ਅੰਦੋਲਨ ਦਾ ਨਹੀਂ ਰਿਹਾ ਤੇ ਨਾ ਕਿਸੇ ਜਥੇਬੰਦੀ ਦਾ। ਫਿਰ ਤੁਹਾਡੇ ਚੈਨਲ ਲਈ ਫਿਰ ਇੱਕ ਬੇਨਤੀ ਕਰਦੇ ਆ ਲੋਕਾਂ ਨੂੰ, ਸਾਰੇ ਕਿਸਾਨ ਮਜ਼ਦੂਰ ਅੰਦੋਲਨ ਨੂੰ, ਵੀ ਸਚੇਤ ਰਹੋ। ਸ਼ਰਾਰਤੀ ਲੋਕਾਂ ਨੂੰ ਆਪਦੇ ਅੰਦੋਲਨ ਵਿੱਚ ਸ਼ਾਮਲ ਹੈ, ਸਰਕਾਰ ਦਾ ਫਰਜ਼ ਬਣਦਾ। ਜਿਸ ਕਿਸਮ ਦਾ ਗੁੱਸਾ ਵਾ ਭਾਜਪਾ ਦੇ ਆਗੂਆਂ ਵਿਰੁੱਧ, ਉਹ ਵੀ ਜਿੱਧਰੋਂ ਦੀ ਗੱਡੀ ਲੰਘਦੀ ਉਹਨਾਂ ਦਾ ਕੰਮ ਹੈ ਸਿਕਿਉਰਿਟੀ ਕਰਨ ਨੂੰ, ਉਹਨਾਂ ਨੂੰ ਦੱਸਣ ਵੀ ਇੱਧਰੋਂ ਦੀ ਨਾ ਜਾਓ, ਅੰਦੋਲਨ ਹੈ ਅਗਲੇ ਬੰਦੇ, ਉਹਨਾਂ ਨੂੰ ਵੀ ਬਚਣਾ ਚਾਹੀਦਾ। ਠੀਕ ਹੈ, ਵੀ ਜਿਸ ਕਿਸਮ ਦਾ ਗੁੱਸਾ ਲੋਕਾਂ ਦੇ ਵਿੱਚ ਹੈਗਾ ਜੀ, ਸੋ ਇਹ ਸਾਰਾ ਕੁਝ ਸਰਕਾਰ ਦੀ ਜ਼ਿੰਮੇਵਾਰੀ ਹੈ, ਸਿਕਿਉਰਿਟੀ ਕਰੇ। ਤੇ ਉਹ ਉਦੋਂ ਦੀ ਨਾ ਦੂਜੇ ਬੰਨੋਂ ਦੀ ਕਢਾ ਦਿੰਦੀ ਗੱਡੀ ਜੀ, ਜਿਹਨਾਂ ਨੂੰ ਪਤਾ ਇਨਪੁਟ ਤਾਂ ਹੈਗੀ ਆ ਵੀ ਗੁੱਸਾ ਲੋਕਾਂ 'ਚ ਵੀ ਅਸੀਂ ਐਲਾਨ ਵੀ ਜਿੱਥੇ ਗਿਆ ਕਹਿੰਦੇ ਕਿ ਪ੍ਰੀ ਪਲਾਨ ਸੀਗਾ। ਤੁਸੀਂ ਅਸ਼ਵਨੀ ਸ਼ਰਮਾ ਨੂੰ ਜੇਕਰ ਸੁਣਿਆ ਹੋਵੇ, ਨਹੀਂ ਮੈਂ ਤੁਹਾਨੂੰ ਦੱਸ ਦਿੰਦਾ, ਅਸ਼ਵਨੀ ਸ਼ਰਮਾ ਕਹਿ ਰਹੇ ਨੇ ਕਿ ਜਲੰਧਰ ਬਾਈਪਾਸ ਤੋਂ ਮੈਂ ਆਪਣੇ ਪਿੱਛੇ 2 ਗੱਡੀਆਂ ਦੇਖੀਆਂ ਜੋ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀਆਂ ਸੀ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਹ ਕੁਝ ਨਹੀਂ, ਆਮ ਤੌਰ ਤੇ ਕੋਈ ਪਿੱਛੇ ਆ ਰਿਹਾ ਹੈ, ਪਰ ਅੱਗੇ ਆ ਕੇ ਜਿਹੜੇ ਅੱਗੇ ਲੋਕ ਆ ਕੇ ਖੜੇ ਹੋ ਗਏ ਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਗੱਡੀਆਂ ਵਾਲਿਆਂ ਨੇ ਇਤਲਾਹ ਦਿੱਤੀ ਹੋਏਗੀ, ਆਮ ਤੌਰ ਤੇ ਕਿਸਾਨ ਉੱਥੇ ਨਹੀਂ ਖੜੇ ਹੁੰਦੇ ਹੈਗੇ। ਮੈਂ ਇਹ ਵੀ ਸਮਝਣਾ ਚਾਹਾਂਗਾ ਪੰਧੇੜ ਸਾਹਿਬ, ਹੁਣ ਜ਼ਿੰਮੇਵਾਰੀ ਤਾਂ ਕਿਸਾਨ ਜਥੇਬੰਦੀ ਜਿਹੜੇ ਬਿਲਕੁਲ ਮੋਰੀ ਨੇ ਉਹਨਾਂ ਦੀ ਵੀ ਬਣਦੀ ਹੈ ਕਿ ਕਿਵੇਂ ਹੁਣ ਤੁਸੀਂ ਇਹਨਾਂ ਨੂੰ ਵੱਖ-ਵੱਖ ਕਰੋਗੇ ਕਿ ਤੁਹਾਡੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਆ ਕੇ ਕੋਈ ਪੋਲੀਟੀਕਲ ਬੰਦਾ ਨਾ ਵੜ ਗਿਆ ਹੋਵੇ ਜਾਂ ਤੁਹਾਡੇ ਪ੍ਰਦਰਸ਼ਨ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਨਾ ਵੜ ਗਿਆ ਹੋਵੇ। ਹੁਣ ਇਹ ਕਿਵੇਂ ਅਸੀਂ ਅਲੱਗ-ਅਲੱਗ ਕਰਾਂਗੇ ਦੋਵਾਂ ਨੂੰ? ਦੇਖੋ ਇਹੀ ਸੀ, ਜੇ ਸ਼ਰਮਾ ਜੀ ਨੂੰ ਪਤਾ ਲੱਗ ਗਿਆ ਸੀ ਮਗਰ ਕੋਈ ਬੰਦੇ, ਉਹਨਾਂ ਨੂੰ ਉਦੋਂ ਗੱਡੀ ਰੋਕ ਕੇ ਸਿਕਿਉਰਿਟੀ ਨੂੰ ਕਹਿਣਾ ਚਾਹੀਦਾ ਸੀ ਜੀ। ਠੀਕ ਹੈ, ਇਹ ਬਾਅਦ ਵਿੱਚ ਜੇ ਸ਼ੱਕ ਪੈ ਗਿਆ ਉਦੋਂ ਕਹਿ ਦੇਣਾ ਚਾਹੀਦਾ ਸੀ। ਹੁਣ ਇਹ ਘਟਨਾ ਕ੍ਰਮੀ ਹੈ, ਇਹ ਜਾਂਚ ਦਾ ਵਿਸ਼ਾ ਵਾ, ਉਹਦੇ ਬਾਰੇ ਕੋਈ ਮੈਂ ਹਤਮੀ ਫੈਸਲਾ ਨਹੀਂ ਦੇ ਸਕਦਾ। ਪਰ ਇਸੇ ਕਰਕੇ ਆਪਾਂ ਆਪਣੀਆਂ ਸਟੇਜਾਂ ਤੋਂ ਕਦੀ ਵੀ ਕਿਸੇ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਬੋਲਣ ਦਿੱਤਾ। ਸਾਡੀ ਸਟੇਜਾਂ ਅੱਡ ਰਹਿਣਗੀਆਂ, ਨਾਨ ਪੋਲੀਟੀਕਲ ਰਹਿਣਗੀਆਂ, ਤੇ ਆਪਾਂ ਆਪਣੇ ਅੰਦੋਲਨ ਨੂੰ ਸਿੱਧਤ ਰਹਾਂਗੇ।
ਸੋ ਇਹ ਮੈਨੂੰ ਨਹੀਂ ਲੱਗਦਾ ਤੁਸੀਂ ਪੰਜਾਬ ਦੇ ਸਾਰੇ ਅੰਦੋਲਨ ਵੇਖੇ ਆ ਜੀ। ਕਦੀ ਪੰਜਾਬ ਦੇ ਲੋਕ ਗੁਰੂ ਗ੍ਰੰਥ ਸਾਹਿਬ ਵਾਲੇ ਮਸਲੇ ਤੇ ਬਹੁਤ ਵੱਡਾ ਅੰਦੋਲਨ ਸੀ, ਕੋਈ ਇਹੋ ਜਿਹੀ ਗੱਲ ਹੋਈ ਨਹੀਂ ਹੋਈ। ਸ਼ਾਂਤਮਈ ਰਹਿੰਦੇ ਆ, ਇਹ ਸਮਝਦੇ ਆ, ਗੁੱਸਾ ਵੀ ਕਰਦੇ ਆ, ਗੁੱਸਾ ਵੀ ਕੱਢਦੇ, ਪਰ ਐ ਕਦੀ ਨਹੀਂ ਹੋਇਆ। ਸੋ ਇਹ ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਕਰਨ ਲਈ ਸ਼ਰਾਰਤੀ ਲੋਕਾਂ ਦਾ ਕਾਰਾ ਹੋ ਸਕਦਾ ਵਾ। ਨਹੀਂ, ਸਾਡੇ ਨੌਜਵਾਨ ਸਿਆਣੇ ਵੀ ਆ, ਸਮਝਦਾਰ ਵੀ ਆ, ਸਾਡੇ ਕੋਲ ਵੀ ਨੌਜਵਾਨ, ਸਾਡੇ ਤਾਂ ਸਾਰੇ ਵਰਕ ਜਦੋਂ ਆਉਂਦੇ ਰੈਲੀ ਤੇ ਲਗਭਗ 99% ਸਾਡੀ ਪਛਾਣ ਚ ਹੁੰਦੇ ਆ। ਠੀਕ ਆ, ਅਸੀਂ ਲਗਾਤਾਰ ਆਪਣੀਆਂ ਸਟੇਜਾਂ ਤੋਂ, ਸੋ ਇਸ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੱਕ ਬੇਨਤੀ ਆ, ਭਾਈ ਇਹ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਨੂੰ ਆਪਣੇ ਅੰਦੋਲਨ ਤੇ ਆਪਣੇ ਅੰਦੋਲਨ ਦੀ ਰਾਖੀ ਕਰਨੀ ਪੈਣੀ ਹੈ, ਬਹੁਤ ਇੰਪੋਰਟੈਂਟ ਸਮਾਂ ਵਾ। ਠੀਕ ਹੈ, ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਜਾਣਨਾ ਚਾਹੁੰਦਾ, ਟਾਂਡਾ ਟੋਲ ਪਲਾਜ਼ਾ ਦੇ ਉੱਤੇ ਕਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਧਰਨਾ ਪ੍ਰਦਰਸ਼ਨ ਕਰਨ ਵਾਲੀਆਂ? ਕੀ ਉਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੀ ਨੁਮਾਇੰਦੇ ਹੈਗੇ ਨੇ ਜਾਂ ਨਹੀਂ ਹੈ? ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਟਾਂਡਾ ਦੇ ਵਿੱਚ ਕਿਹਨਾਂ ਨੇ ਮੋਰਚਾ ਸੰਭਾਲਿਆ ਹੋਇਆ? ਜਿੱਥੋਂ ਤੱਕ ਮੈਨੂੰ ਪਤਾ ਵਾ ਸਾਡੀ ਜਥੇਬੰਦੀ ਤਾਂ ਨਹੀਂ ਹੈਗੇ, ਅਸੀਂ ਉੱਥੇ ਹੈਗੇ ਆ, ਪਰ ਸਾਡੀ ਜਥੇਬੰਦੀ ਟੋਲ ਪਲਾਜ਼ੇ ਤੇ ਨਹੀਂ ਹੈਗੀ ਆ। ਠੀਕ ਹੈ, ਜਿਹੜੀਆਂ ਦੁਆਬੇ ਦੀਆਂ ਸੰਘਰਸ਼ੀਆਂ ਨੇ ਉਹਨਾਂ ਦਾ ਉਹ ਖੇਤਰ ਪੈਂਦਾ ਵਾ, ਮੈਂ ਵੀ ਨਹੀਂ ਕਹਿ ਸਕਦਾ ਵੀ ਉਹ ਬੈਠੇ ਸੀ। ਪੂਰੀ ਕੰਪਲੀਟ ਰਿਪੋਰਟ ਨਹੀਂ ਵੀ ਕਿਹੜੀਆਂ ਜਥੇਬੰਦੀਆਂ ਟੋਲ ਪਲਾਜ਼ੇ ਤੇ ਟੋਲ ਪਲਾਜ਼ਾ ਬੰਦ ਕਰਾਇਆ ਵਾ। ਚਲੋ ਸ਼ੁਕਰੀਆ ਸਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜੋ ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ ਕਿ ਇਸ ਚੀਜ਼ ਨੂੰ ਸਮਝਣਾ ਹੋਵੇਗਾ ਕਿ ਇਹ ਨਿੱਜੀ ਤੌਰ ਤੇ ਕਿਸੇ ਨਾਲ ਲੜਾਈ ਨਹੀਂ ਹੈ, ਬਲਕਿ ਇੱਕ ਨੀਤੀਆਂ ਦੀ ਲੜਾਈ ਹੈ, ਜਾਂ ਕਹੀਏ ਕਿ ਵਿਚਾਰਧਾਰਾ ਦੀ ਹੈ। ਕਿ ਕਿਸਾਨ ਕਹਿ ਰਹੇ ਨੇ ਕਿ ਕੇਂਦਰ ਦੀ ਜਿਹੜੀ ਨਵਾਂ ਕਾਨੂੰਨ ਹੈ, ਨਵੇਂ ਬਿੱਲ ਨੇ, ਉਹ ਸਾਨੂੰ ਨਹੀਂ ਠੀਕ ਲੱਗ ਰਹੇ, ਤੇ ਬੀਜੇਪੀ ਕੇਂਦਰ ਕਹਿ ਰਿਹਾ ਹੈ ਕਿ ਬਿਲਕੁਲ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਆਪੋ ਆਪਣੇ ਤਰਕ ਦਿੱਤੇ ਜਾ ਰਹੇ ਨੇ। ਇਸ ਸਭ ਦੇ ਵਿਚਾਲੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਅਪੀਲ ਸਾਡੀ ਇਹੀ ਕਿ ਲੋਕਤੰਤਰ ਦੇ ਵਿੱਚ ਹੱਕ ਹੈ ਸਾਡਾ ਵਿਰੋਧ ਕਰਨਾ, ਪਰ ਉਸ ਵੇਲੇ ਤੱਕ ਹੀ ਜਦੋਂ ਤੱਕ ਕੋਈ ਹਿੰਸਕ ਨਾ ਹੋਵੇ। ਜੇਕਰ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਪਿਛਲੇ 20 ਦਿਨਾਂ ਤੋਂ 25 ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਕੋਈ ਦਿੱਕਤ ਨਹੀਂ ਹੋਈ ਕਿਸੇ ਨੂੰ, ਪਰ ਜਦੋਂ ਇਸ ਤਰੀਕੇ ਦੇ ਹਮਲੇ ਹੁੰਦੇ ਨੇ ਤਾਂ ਇਹ ਸਾਫ਼ ਹੈ ਕਿ ਸ਼ਰਾਰਤੀ ਅੰਸਰ ਕੁਝ ਨਾ ਕੁਝ ਜ਼ਰੂਰ ਹੈਗੇ ਨੇ। ਜਿਸ ਤਰੀਕੇ ਨਾਲ ਪੰਧੇੜ ਸਾਹਿਬ ਨੇ ਜ਼ਿਕਰ ਕਰਤਾ ਕਿ ਇਹ ਕਿਸਾਨਾਂ ਨੇ ਹਮਲਾ ਨਹੀਂ ਕੀਤਾ, ਇਹ ਕਿਸਾਨਾਂ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਵੜੇ ਨੇ ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਹੈ। ਇੱਕ ਵਾਰ ਤੁਹਾਨੂੰ ਸੁਣਾਉਣਾ ਹੈ ਫਿਰ ਤੋਂ ਕਿ ਅਸ਼ਵਨੀ ਸ਼ਰਮਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ, ਕਿਵੇਂ ਉਹ ਦੱਸ ਰਹੇ ਨੇ ਕਿ ਪੂਰਾ ਘਟਨਾਕ੍ਰਮ ਕੀ ਕੁਝ ਵਾਪਰਿਆ ਹੈ ਉੱਥੇ। ਹਿੰਮਤ ਦੇ ਨਾਲ ਉਥੋਂ ਗੱਡੀ ਕੱਢੀ ਹੈ, ਲੇਕਿਨ ਦੂਸਰੀ ਗੱਲ, ਜਿੱਥੇ ਵੀ ਧਰਨਾ ਲੱਗਦਾ ਉੱਥੇ ਪੁਲਿਸ ਦਾ ਇੰਤਜ਼ਾਮ ਰਹਿੰਦਾ ਹੈ ਕਿ ਮੁੰਡੇ ਉਸ ਧਰਨੇ ਦੇ ਉੱਤੇ ਕੋਈ ਪੁਲਿਸ ਦਾ ਬੰਦਾ ਨਹੀਂ ਸੀ। ਮਾਨੋ ਰਾਤ ਨੂੰ 10 ਲੋਕ ਬੰਦੇ ਆ, 20 ਲੋਕ ਬੰਦੇ ਆ, ਉਹਨਾਂ ਦੀ ਸੁਰੱਖਿਆ ਲਈ ਭਾਵੇਂ ਬੈਠੇ ਦੇ ਹੋਣ, ਉੱਥੇ ਕੋਈ ਬੰਦਾ ਨਹੀਂ ਹੈ। ਇਹ ਤਾਂ ਗਨਮੈਨ ਸੀ ਨਾਲ ਕਿ ਇਹ ਤਰੀਕੇ ਨਾਲ ਨਿਕਲ ਕੇ ਆ ਗਏ ਆਪਾਂ। ਲੇਕਿਨ ਇਹ ਜਿਹੜਾ ਮਾਮਲਾ ਹੈ ਬੜਾ ਗੰਭੀਰ ਹੈ ਔਰ ਕਿਸਾਨ ਵੀਰਾਂ ਨਾਲ ਆਪਣਾ ਪੂਰੀ ਹਮਦਰਦੀ ਹੈ, ਉਹਨਾਂ ਦੇ ਕੋਈ ਨਹੀਂ ਹੈ। ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਹਨਾਂ ਸ਼ਰਾਰਤੀ ਲੋਕਾਂ ਕੋਲੋਂ ਬਚੋ। ਇਹ ਤੁਹਾਨੂੰ ਔਰ ਪੰਜਾਬ ਦੇ ਅਮਨ ਨੂੰ ਭੰਗ ਕਰਨ ਵਾਲੇ ਲੋਕ ਪੰਜਾਬ ਨੇ ਜਿਹੜਾ ਇਹ ਕਾਰਿਆਨਾ ਹਰਕਤ ਕੀਤੀ ਹੈ, ਇਹ नहीं करनी चाहिए। अपनी अपनी गल लोकतंत्र च कहनी चाहिए। कौन लोग? अरे मुझे क्या पता ये किस नजरिए ਨਾਲ ਲੈਂਦੇ ਹੋ ਇਸ ਹਮਲੇ ਨੂੰ? मैं तो ये पंजाब के अमन और शांति को भंग करने के लिए और किसानों को बदनाम करने के लिए किया गया हमला है। ਪੰਜਾਬ ਦੇ ਮੁੱਖ ਮੰਤਰੀ ਤਾਂ और ये फेलुअर है। ਜਿਹੜੇ ਉਹ ਬੰਦੇ ਸੀ ਉਹਨਾਂ ਕੋਲ ਹਥਿਆਰ ਸੀ ਕੋਈ ਜਾਂ ਕੀ ਸੀਗੇ? ਬੇਸਬਾਲ ਸੀਗੇ। अरे ਸਿਕਾਰੀਆਂ ਨੇ ਪੂਰੇ ਹਿੰਮਤ ਦੇ ਨਾਲ ਉਥੋਂ ਗੱਡੀ ਕੱਢੀ ਹੈ। ਲੇਕਿਨ ਦੂਸਰੀ ਗੱਲ ਜਿਹੜੀ ਦੁਰਭਾਗੀ ਦੀ, ਜਿੱਥੇ ਵੀ ਧਰਨਾ ਲੱਗਦਾ ਉੱਥੇ ਪੁਲਿਸ ਦਾ ਇੰਤਜ਼ਾਮ ਰਹਿੰਦਾ ਹੈ ਕਿ ਮੁੰਡੇ ਉਸ ਧਰਨੇ ਦੇ ਉੱਤੇ ਕੋਈ ਪੁਲਿਸ ਦਾ ਬੰਦਾ ਨਹੀਂ ਸੀ। ਮਾਨੋ ਰਾਤ ਨੂੰ 10 ਲੋਕ ਬੰਦੇ ਆ, 20 ਲੋਕ ਬੰਦੇ ਆ, ਉਹਨਾਂ ਦੀ ਸੁਰੱਖਿਆ ਲਈ ਭਾਵੇਂ ਬੈਠੇ ਦੇ ਹੋਣ, ਉੱਥੇ ਕੋਈ ਬੰਦਾ ਨਹੀਂ ਹੈ। ਇਹ ਤਾਂ ਗਨਮੈਨ ਸੀ ਨਾਲ ਕਿ ਇਹ ਤਰੀਕੇ ਨਾਲ ਨਿਕਲ ਕੇ ਆ ਗਏ ਆਪਾਂ। ਲੇਕਿਨ ਇਹ ਜਿਹੜਾ ਮਾਮਲਾ ਹੈ ਬੜਾ ਗੰਭੀਰ ਹੈ ਔਰ ਕਿਸਾਨ ਵੀਰਾਂ ਨਾਲ ਆਪਣਾ ਪੂਰੀ ਹਮਦਰਦੀ ਹੈ, ਉਹਨਾਂ ਦੇ ਕੋਈ ਨਹੀਂ ਹੈ। ਮੈਂ ਉਹਨਾਂ ਨੂੰ ਵੀ ਕਹਿਣਾ ਕਿ ਇਹਨਾਂ ਸ਼ਰਾਰਤੀ ਲੋਕਾਂ ਕੋਲੋਂ ਬਚੋ। ਇਹ ਤੁਹਾਨੂੰ ਔਰ ਪੰਜਾਬ ਦੇ ਅਮਨ ਨੂੰ ਭੰਗ ਕਰਨ ਵਾਲੇ ਲੋਕ ਪੰਜਾਬ ਨੇ ਜਿਹੜਾ ਇਹ ਕਾਰਿਆਨਾ ਹਰਕਤ ਕੀਤੀ ਹੈ, ਇਹ नहीं करनी चाहिए। अपनी अपनी गल लोकतंत्र च कहनी चाहिए। कौन लोग? अरे मुझे क्या पता किस नजरिए ਨਾਲ ਲੈਂਦੇ ਹੋ ਇਸ ਹਮਲੇ ਨੂੰ? मैं तो ये पंजाब के अमन और शांति को भंग करने के लिए और किसानों को बदनाम करने के लिए किया गया हमला है। ਪੰਜਾਬ ਦੇ ਮੁੱਖ ਮੰਤਰੀ ਤਾਂ और ये फेलुअर है। ਜਿਹੜੇ ਉਹ ਬੰਦੇ ਸੀ ਉਹਨਾਂ ਕੋਲ ਹਥਿਆਰ ਸੀ ਕੋਈ ਜਾਂ ਕੀ ਸੀਗੇ? ਬੇਸਬਾਲ ਸੀਗੇ। अरे ਸਿਕਾਰੀਆਂ ਨੇ ਪੂਰੇ ਹਿੰਮਤ ਦੇ ਨਾਲ ਉਥੋਂ ਗੱਡੀ ਕੱਢੀ ਹੈ। ਲੇਕਿਨ ਦੂਸਰੀ ਗੱਲ ਜਿਹੜੀ ਦੁਰਭਾਗੀ ਦੀ, ਤਾਂ ਅਸ਼ਵਨੀ ਸ਼ਰਮਾ ਕੀ ਕੁਝ ਕਹਿ ਰਹੇ ਨੇ ਉਸ ਦੀ ਤੁਹਾਨੂੰ ਸੁਣਵਾਇਆ ਤੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉੱਥੋਂ ਉਹਨਾਂ ਦੇ ਜਿਹੜੇ ਸੁਰੱਖਿਆ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਉੱਥੋਂ ਗੱਡੀ ਕੱਢੀ ਗਈ ਹੈ ਬਹੁਤ ਮੁਸ਼ਕਿਲ ਦੇ ਨਾਲ ਤੇ ਵਾਲ-ਵਾਲ ਉਹ ਬਚੇ ਨੇ। ਵੱਡੀ ਖਬਰ ਹੈ ਅੱਜ ਦੇ ਦਿਨ ਦੀ, ਹੁਸ਼ਿਆਰਪੁਰ ਦੇ ਵਿੱਚ ਟਾਂਡਾ ਦੇ ਵਿੱਚ
ਜਿਹੜਾ ਚੌਲਾਂਗ ਟੋਲ ਪਲਾਜ਼ਾ ਹੈ ਉਸ ਦੇ ਉੱਤੇ ਅਸ਼ਵਨੀ ਸ਼ਰਮਾ ਦੀ ਗੱਡੀ ਨੂੰ ਘੇਰਿਆ ਗਿਆ ਤੇ ਉਸ ਦੇ ਉੱਤੇ ਹਮਲਾ ਹੋਇਆ ਹੈ। ਗੱਡੀ ਦੇ ਵਿੱਚ ਭੰਨਤੋੜ ਕੀਤੀ ਗਈ ਹੈ। ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ। ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਉਹ ਬਿਲਕੁਲ ਠੀਕ ਨੇ। ਜਿਸ ਤਰੀਕੇ ਨਾਲ ਬਿਆਨ ਉਹਨੇ ਦਿੱਤਾ ਤੁਸੀਂ ਉਹ ਵੀ ਸੁਣਿਆ ਹੋਵੇਗਾ ਕਿ ਉਹ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਕਿ ਕਿਸਾਨਾਂ ਦੇ ਉੱਤੇ ਉਹ ਨਹੀਂ ਇਲਜ਼ਾਮ ਲਗਾ ਰਹੇ। ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ, ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਕੁਝ ਲੋਕ ਵੜੇ ਨੇ, ਸ਼ਰਾਰਤੀ ਅੰਸਰ, ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। रुक करते हैं एक बार फिर तो मेरे सहयोगी दीपक बहल भी साडे नाल जुड़े हुए हैं इस वड्डी खबर ते पल पल दा अपडेट दीपक साडे तक पहुंचा रहे हैं। दीपक, इस समय की स्थिति समझना चाहांगे, कित्थे ने अश्विनी शर्मा कि वो थाने दे विच अपने बयान कलमबद्ध कराउण तो बाद उत्थों निकल चुके ने? नहीं गौरव, मैं इत्थे दसना चाहांगा कि इस वेले चौलांग टोल प्लाजे दे उत्ते जिथे किसानां दा जमावड़ा, जिस जगह दे उत्ते घटना वापरी है उस जगह दे उत्ते किसानां दे आगूआं दे नाल मेरी गलबात हो रही है। इस वेले भी किसान पूरी तरह डटे हुए हैं। उन्होंने अश्विनी शर्मा की इस गल का खंडन किया है कि किसान संघर्ष के विच उन्हां ते किसी किस्म का कोई कातलाना हमला किया गया है। यह वड्डी खबर निकल के हुण बाहर आ रही है कि किसान जथेबंदियां वालों एक पैर पिछे खिंच के गल स्पष्ट की गई है कि उन्हां ते किसी किस्म का कोई कातलाना हमला नहीं किया गया। कुछ लोग इस धरने दे विच मौजूद सन जिन्होंने इस हमले नूं अंजाम दिता है, परंतु दूजे पासे जिहड़ा बीजेपी दे पंजाब दे प्रधान है वो दसूहा दे पुलिस स्टेशन दे विच टांडा पुलिस नूं, क्योंकि ये जिहड़ी वारदात जिस घटना जिस जगह दे उत्ते वापरी है सारी घटना हुशियारपुर जिले दे विच टांडा ते है। और हुशियारपुर पुलिस की कार्रवाई दे उत्ते मैं इत्थे दसना चाहांगा, हुशियारपुर पुलिस की कार्रवाई दे उत्ते बीजेपी दे पंजाब और बीजेपी की पंजाब इकाई दे पूरे यूनिट ने ਵੱਡਾ ਸਵਾਲੀਆ ਨਿਸ਼ਾਨ ਖੜਾ ਕੀਤਾ ਕਿ ਆਖਰ ਜੇ ਉਹਨਾਂ ਦਾ ਪੰਜਾਬ ਦਾ ਪ੍ਰਧਾਨ ਇਸ ਟੋਲ ਪਲਾਜ਼ੇ ਤੋਂ ਗੁਜ਼ਰ ਰਿਹਾ ਹੈ ਔਰ ਇਸ ਟੋਲ ਪਲਾਜ਼ੇ ਦੇ ਅੱਗੇ ਉਹਦਾ ਪਾਇਲਟ ਚੱਲ ਰਿਹਾ ਹੈ ਤੇ ਕੀ ਕਾਰਨ ਰਿਹਾ ਕਿ ਖੁੱਲੇ ਆਮ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਹ ਅੰਦੋਲਨ ਜਿਹੜਾ 5 ਦਿਨ ਤੋਂ ਚੱਲ ਰਿਹਾ ਸੀ ਆਖਰ ਕਿਉਂ ਹਿੰਸਕ ਰੂਪ ਧਾਰਨ ਕਰ ਗਿਆ, ਕਿਉਂ ਉਹਦੀ ਪਾਇਲਟ ਗੱਡੀਆਂ ਵੱਲੋਂ ਤੇ ਜਿਹੜਾ ਖਾਸ ਤੌਰ ਤੇ ਇੱਥੇ ਕਿਉਂਕਿ ਸਵੇਰ ਤੋਂ ਧਰਨਾ ਚੱਲ ਰਿਹਾ ਸੀ ਔਰ ਪੁਲਿਸ ਦੀ ਸ਼ਿਫਟ ਸੀ ਜਿਸ ਸ਼ਿਫਟ ਦੇ ਵਿੱਚ ਵੱਡੇ ਅਧਿਕਾਰੀ ਇੱਥੇ ਤੈਨਾਤ ਸੀ। की कारण रहा, आखिर की कारण रहा कि पुलिस वालों उस वेले पंजाब प्रधान ते जो कातलाना हमला हो रहा सी उन्होंने क्यों नहीं रोकया गया? वड्डा सवालिया निशान जिहड़ा भाजपा के आगुआं वालों जिथे दसूहा दे उत्तों इस वेले जमावड़ा हो गया, उन्होंने वालों पंजाब खास तौर पर हुशियारपुर पुलिस नूं टारगेट करते हुए निशाना लगाया गया एक कि पूरी तरह संयोजित सी कि पंजाब प्रधान इत्थों गुजर रहे हैं और पुलिस मूक दर्शक बन के उत्थे खड़ी रही है, जबकि किसान आगू ये कह रहे हैं कि असी एक कातलाना हमले नूं अंजाम नहीं दिता है। जी दीपक, मैं एक होर चीज समझनी चाहना तुहाडे तो, ये वड्डी खबर है लाजमी तौर पे क्योंकि अश्विनी शर्मा कह रहे हैं कि कुछ गड्डियां मैनू फॉलो कर रही सी, अगे जाके हमला कर दिता गया, सब कुछ प्री प्लान तरीके दे नाल होया है। पर मैं समझना चाहना कि टोल प्लाजा की स्थिति की है, समझाओ जेकर दर्शकों नूं कि पिछले कुछ दिनों के विच किन्ने दिनों तो उत्थे टोल प्लाजा ते धरने प्रदर्शन चल रहे ने, किन्ने को उत्थे प्रदर्शनकारी मौजूद होंदे ने जिस वेले पूरा हमला होया। जेकर मैं उस समय की गल करा कि देर शाम की गल, ताकि उस समय भी किसान जथेबंदियां दे आगू वड्डी तादाद दे विच हुंदे ने, कुछ जथेबंदियां दे कुछ ही आगू रह जांदे ने, ये भी जेकर स्थिति स्पष्ट कर सको तुसीं। जी गौरव, मैं दसना चाहांगा कि मैं इस वेले भी न्यूज़ 18 की टीम जिहड़ी है वो ग्राउंड जीरो के उत्ते जिहड़ा चलांग टोल प्लाजा ये जे इहनूं भूगोलिक दृष्टि नाल देखिया जाए तो ये जलंधर तो पठानकोट के रस्ते दे विच टांडा दे विच आंदा है, जिथों हुशियारपुर ते टांडा की हद शुरू होती है। ये चलांग टोल प्लाजा है जिथे पिछले 5 दिन तो दुआबा किसान कमेटी के आगुआं वालों वड्डे पद्धर दे उत्ते 5 दिन तो लगातार। मैं दीपक तुसीं लाइन ते रहो, मैं तुहाडे कोल वापस आउणा है, मैं इसी सवाल ते वापस आऊंगा। समझना चाहांगे कि उत्थे की कुछ स्थिति सी या की कुछ मौजूदा समय स्थिति है। इस समय फोन लाइन ते साडे नाल आम आदमी पार्टी के सीनियर लीडर विधायक अमन अरोड़ा जी जुड़ रहे हैं। अरोड़ा साहब, स्वागत है फर्स्ट रिएक्शन आम आदमी पार्टी का इस पूरे घटनाक्रम के उत्ते जो पंजाब बीजेपी प्रधान के उत्ते हमला होया है टांडा च। गौरव जी, इस तरह है कि मैनू ये तुहाडे तो ही पता लग रहा, मैं ट्रैवल कर रहा, मैनू नहीं पता लग्या हैगा पहला, पर जिस तरीके दे नाल तुहाडे तो जिन्नी क गल सामने आ रही है, मैं समझदा कि वायलेंस का कोई भी किसी भी तरीके की एक्सेप्टेबल नहीं है, वो नहीं होनी चाहिए है कि बीजेपी के खिलाफ, बीजेपी की लीडरशिप के खिलाफ इस टाइम पंजाब हरियाणा दे विच नो डाउट गुस्सा बहुत ज्यादा है, पर फिर भी मैं समझदा कि जिस तरीके दे नाल पिछले इन्ने दिनों तो और एडी वड्डी सट वजन के बावजूद भी
ਜਿਸ ਠਰਮੇ ਦੇ ਨਾਲ, ਜਿਸ ਸ਼ਾਂਤਮਈ ਤਰੀਕੇ ਦੇ ਨਾਲ, ਜਿਸ ਪੇਸ਼ੈਂਸ ਦੇ ਨਾਲ ਕਿਸਾਨ ਭਰਾ ਆਪਦਾ ਪ੍ਰੋਟੈਸਟ ਕਰ ਰਹੇ ਨੇ, ਉਸ ਦੇ ਬਾਵਜੂਦ ਉਹਨਾਂ ਵੱਲੋਂ ਤਾਂ ਮੈਂ ਸਮਝਦਾ ਕਿ ਪੇਸ਼ੈਂਸ ਬਹੁਤ ਵਧੀਆ ਤਰੀਕੇ ਨਾਲ ਦਿਖਾਈ ਗਈ। ਔਰ ਇਹਨਾਂ ਵੱਲੋਂ ਵੀ ਜੋ ਤੁਹਾਡੇ ਤੋਂ ਸੁਣਿਆ ਮੈਂ ਕਿ ਕਿਸਾਨਾਂ ਵੱਲੋਂ ਨਹੀਂ ਇਸ ਤਰ੍ਹਾਂ ਦੀ ਗੱਲ, ਜੇ ਕੋਈ ਕਿਸੇ ਸ਼ਰਾਰਤੀ ਅਨਸਰ ਨੇ, ਕਿਸੇ ਕ੍ਰਿਮੀਨਲ ਵਿਅਕਤੀ ਨੇ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਅਨਸਰ ਨੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਵੀ ਗੱਲ ਕੀਤੀ ਤਾਂ ਮੈਂ ਸਮਝਦਾ ਕਿ ਅਨਫੋਰਚੂਨੇਟ ਇਹੋ ਜਿਹੀ ਵਾਇਲੈਂਸ ਦੀ ਤਾਂ ਸੱਭਿਅਕ ਸਮਾਜ ਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਹੋਣੀ ਚਾਹੀਦੀ। ਹਾਂ, ਡਿਫਰੈਂਸ ਆਫ ਓਪੀਨੀਅਨ ਹੁੰਦੇ ਨੇ, ਉਹ ਹੁੰਦੇ ਆਏ ਨੇ, ਹੁੰਦੇ ਰਹਿਣਗੇ, ਉਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਡਿਸਕਸ਼ਨ ਉਹਦੇ ਉੱਪਰ ਹੋਣੀ ਚਾਹੀਦੀ ਹੈ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ। ਬੀਜੇਪੀ ਵੀ ਇੱਕੋ ਗੱਲ ਕਹਿੰਦੀ ਨਜ਼ਰ ਆਈ ਅਰੋੜਾ ਸਾਹਿਬ, ਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸਾਡੇ ਨਾਲ ਜੁੜੇ, ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਹੈ। ਬੀਜੇਪੀ ਦੇ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਸਭ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਪੰਜਾਬ ਯੂਥ ਕਾਂਗਰਸ ਹੋਵੇ, ਅਕਾਲੀ ਦਲ, ਆਮ ਆਦਮੀ ਪਾਰਟੀ, ਇਹ ਸਾਰੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਬੀਜੇਪੀ ਦੇ ਖਿਲਾਫ। ਨਹੀਂ, ਦੇਖੋ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਨਾ ਕਰੋ। ਨੰਬਰ ਇੱਕ ਤਾਂ ਕਿਸਾਨਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਹੈਗਾ। ਇੱਕ ਬੰਦਾ ਹੋ ਸਕਦਾ, ਦੋ ਬੰਦੇ ਹੋ ਸਕਦੇ ਨੇ। ਲੱਖਾਂ ਦੀ ਤਾਦਾਦ ਦੇ ਵਿੱਚ ਜੇ ਲੋਕ ਕਿਸਾਨ ਆਪਦੇ ਘਰ-ਬਾਰ, ਆਪਦੇ ਖੇਤ ਛੱਡ ਕੇ ਅੱਜ ਸੜਕਾਂ ਦੇ ਰੇਲ ਟਰੈਕ ਦੇ ਉੱਪਰ ਬੈਠੇ ਨੇ, ਤੇ ਤੁਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਸਾਰੇ ਦੇ ਸਾਰੇ ਗੁੰਮਰਾਹ ਹੋ ਗਏ। ਸਾਰੇ ਦਾ ਇਹਦਾ ਮਤਲਬ ਮੀਡੀਆ ਕੋ ਵੀ ਗੁੰਮਰਾਹ ਹੋ ਗਿਆ, ਸਾਰੇ ਜਿਹੜੇ ਅਰਥ ਸ਼ਾਸਤਰੀ ਨੇ ਜਾਂ ਜਿਹੜੇ ਐਗਰੀਕਲਚਰ ਐਕਸਪੋਰਟਸ ਨੇ, ਇਹਦਾ ਮਤਲਬ ਉਹ ਵੀ ਗੁੰਮਰਾਹ ਕਰ ਲਏ ਪੋਲੀਟੀਕਲ ਪਾਰਟੀਆਂ ਨੇ। ਸੋ ਇਹ ਗੱਲ ਨਹੀਂ ਹੈਗੀ। ਜਿੱਥੇ ਤੱਕ ਗੱਲ ਰਹੀ ਤੁਸੀਂ ਹਮਲੇ ਦੀ, ਮੈਂ ਸਮਝਦਾ ਕਿ ਇਹ ਇੱਕ ਨਿੰਦਨਯੋਗ ਸਟੈਪ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਕਿਸਾਨ ਭਰਾਵਾਂ ਦੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਉਹਨਾਂ ਦੇ ਸੰਘਰਸ਼ ਨੂੰ, ਸ਼ਾਂਤਮਈ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਿਸੇ ਸ਼ਰਾਰਤੀ ਅੰਸਰ ਵੱਲੋਂ ਕੀਤੀ ਜਾ ਰਹੀ ਹੈ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਹੈਗੀ। ਕੈਪਟਨ ਅਮਰਿੰਦਰ ਸਿੰਘ ਨੂੰ ਬੀਇੰਗ ਚੀਫ ਮਿਨਿਸਟਰ ਐਂਡ ਐਜ਼ ਹੋਮ ਮਿਨਿਸਟਰ ਇਸ ਚੀਜ਼ ਦੀ ਪ੍ਰੋਪਰ ਇਨਕੁਆਇਰੀ ਹੈ ਜਿਹੜੀ ਉਹ ਕਰਾਉਣੀ ਚਾਹੀਦੀ ਹੈ, ਤਾਂ ਕਿ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਸਾਹਮਣੇ ਆ ਸਕੇ। ਸ਼ੁਕਰੀਆ ਅਰੋੜਾ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਸਨ। ਨਿਖੇਧੀ ਹਰ ਪਾਸੇ ਤੋਂ ਕੀਤੀ ਜਾ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਸਵਾਲ ਇਹੀ ਹੈ ਕਿ ਇਹ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਆਖਿਰ ਕੌਣ ਉਹ ਲੋਕ ਸੀ, ਕਿਹੜੇ ਉਹ ਸ਼ਰਾਰਤੀ ਅੰਸਰ ਸੀ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਭੰਨਤੋੜ ਕੀਤੀ ਗਈ ਹੈ? ਕਿਉਂਕਿ ਕਿਸਾਨ ਲਗਾਤਾਰ ਇਹ ਗੱਲ ਕਹਿੰਦੇ ਆਏ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਤੇ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕਿਤੇ ਵੀ ਗਏ ਨੇ। ਇਸ ਵੱਡੀ ਖਬਰ ਦੇ ਉੱਤੇ ਅਸੀਂ ਲਗਾਤਾਰ ਬਣ ਰਹੇ ਹਾਂ। ਇੱਕ ਹੋਰ ਨਿੱਕੇ ਜਿਹੇ ਬ੍ਰੇਕ ਦੇ ਲਈ ਮੈਂ ਰੁਕਾਂਗਾ ਇੱਥੇ, ਫੌਰਨ ਵਾਪਸ ਆਵਾਂਗੇ ਹੋਰ ਅਪਡੇਟ ਦੇ ਨਾਲ, ਹੋਰ ਤਸਵੀਰਾਂ ਦੇ ਨਾਲ। ਸਿੱਧਾ ਟਾਂਡਾ ਤੋਂ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ ਆਪਣੇ ਸਹਿਯੋਗੀ ਦੇ ਨਾਲ ਛੋਟੇ ਜਿਹੇ ਬ੍ਰੇਕ ਤੋਂ ਬਾਅਦ।